हेलो स्टूडेंट्स, हाउ आर यू? 7th क्लास। ਅੱਜ ਅਸੀਂ ਕਰਾਂਗੇ ਇੱਕ ਬਹੁਤ ਹੀ ਅੱਛੀ ਪੋਇਮ ਜੋ ਤੁਹਾਡਾ ਲੈਸਨ 5 ਚ ਹੈ। ਉਸ ਦਾ ਨਾਮ ਹੈ ਦ ਹੰਟਰ ਐਂਡ ਦ ਡੀਅਰ, ਸ਼ਿਕਾਰੀ ਅਤੇ ਹਿਰਨ। ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਸੇ ਵੀ ਮਨੁੱਖ ਵਿੱਚ ਸਭ ਤੋਂ ਉੱਤਮ ਗੁਣ ਕਿਹੜਾ ਹੁੰਦਾ ਹੈ? ਉਹ ਹੁੰਦਾ ਦਇਆ ਦਾ। ਜਦੋਂ ਅਸੀਂ ਕਿਸੇ ਤੇ ਦਇਆ ਕਰਦੇ ਹਾਂ, ਸਾਡੇ ਅੰਦਰ ਕੰਪੈਸ਼ਨ ਆਉਂਦਾ, ਓਕੇ, ਤੇ ਅਸੀਂ ਫਿਰ ਦੂਜੇ ਦਾ ਭਲਾ ਕਰਨ ਬਾਰੇ ਸੋਚਦੇ ਹਾਂ। ਇਹ ਸਭ ਤੋਂ ਉੱਤਮ ਗੁਣ ਹੁੰਦਾ। ਤੇ ਜੇ ਇਹ ਦਇਆ ਭਾਵ ਮਨੁੱਖ ਵਿੱਚ ਆਵੇ ਹੀ ਨਾ, ਫਿਰ ਤਾਂ ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣ ਜਾਵੇ ਤੇ ਕਿੰਨਾ ਨੁਕਸਾਨ ਇੱਕ ਦੂਜੇ ਦਾ ਕਰੀ ਜਾਣ ਤੇ ਦੁਨੀਆ ਖਤਮ ਹੋ ਜਾਏ। ਸੋ ਇਸੇ ਦਇਆ ਭਾਵ ਨੂੰ ਦਿਖਾਉਂਦੀ, ਕੰਪੈਸ਼ਨ ਨੂੰ ਦਿਖਾਉਂਦੀ ਇਹ ਪੋਇਮ ਆਓ ਅਸੀਂ ਪੜ੍ਹੀਏ ਤੇ ਇਸ ਦਾ ਆਨੰਦ ਮਾਣੀਏ। ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਕੀ ਕਰਾਂਗੇ? ਐਕਟੀਵਿਟੀ 1, ਜਿਹਦੇ ਵਿੱਚ ਅਸੀਂ 3 ਕੰਮ ਕਰਾਂਗੇ। ਪਹਿਲਾ ਕੁਝ ਵਰਡਸ ਦੇ ਮੀਨਿੰਗ, ਸੈਕੰਡ ਉਹਦੀ ਪ੍ਰੋਨਾਂਸੀਏਸ਼ਨ ਕੀ ਹੈ, ਥਰਡ ਸਪੈਲਿੰਗਸ ਕੀ ਨੇ ਉਹਦੇ। ਓਕੇ, ਸੋ ਫਰਸਟ ਵਰਡ ਜਰਨੀ। ਜਰਨੀ ਕੀ ਹੁੰਦੀ ਹੈ? ਯਾਤਰਾ। ਪਲੀ ਹੁੰਦੀ ਹੈ ਬੇਨਤੀ। ਬਕ ਮਤਲਬ ਨਰ ਹਿਰਨ। ਡੋ ਫੀਮੇਲ ਹਿਰਨ, ਇਸਤਰੀ ਹਿਰਨ। ਫਾਨ ਹੁੰਦਾ ਹਿਰਨ ਦਾ ਬੱਚਾ, ਛੋਟਾ ਹਿਰਨ। beast ਹੁੰਦਾ ਰਾਖਸ਼ਸ, ਦੈਂਤ। ਓਕੇ, ਨਾਓ ਲੈਟ ਅਸ ਰੀਡ ਦ ਪੋਇਮ ਦ ਹੰਟਰ ਐਂਡ ਦ ਡੀਅਰ। The hunter went on a journey to find some deer meat. ਸ਼ਿਕਾਰੀ ਇੱਕ ਦਿਨ ਹਿਰਨ ਦੇ ਮਾਸ ਦੀ ਭਾਲ ਦੀ ਯਾਤਰਾ ਵਿੱਚ ਨਿਕਲਿਆ, ਯਾਨੀ ਹਿਰਨ ਦਾ ਸ਼ਿਕਾਰ ਕਰਨ ਲਈ ਨਿਕਲਿਆ। He saw a buck. ਉਸਨੇ ਇੱਕ ਨਰ ਹਿਰਨ ਦੇਖਿਆ। And looked into his eyes. ਅਤੇ ਉਸਨੇ ਉਸਦੀਆਂ ਅੱਖਾਂ ਵਿੱਚ ਦੇਖਿਆ। He saw a plea. ਉਹਨੂੰ ਮਹਿਸੂਸ ਹੋਇਆ ਕਿ ਜਿੱਦਾਂ ਉਸਦੀਆਂ ਅੱਖਾਂ ਬੇਨਤੀ ਕਰ ਰਹੀਆਂ ਹੋਣ। ਕਿਹੜੀ ਬੇਨਤੀ? The buck begging for his life. ਕਿ ਜਿੱਦਾਂ ਉਸ ਬੱਕ ਦੀਆਂ ਅੱਖਾਂ ਭੀਖ ਮੰਗ ਰਹੀਆਂ ਹੋਣ ਆਪਣੀ ਜ਼ਿੰਦਗੀ ਲਈ ਕਿ ਮੇਰੀ ਜ਼ਿੰਦਗੀ ਬਖਸ਼ ਦਿਓ। ਫਿਰ ਉਸ ਤੋਂ ਬਾਅਦ ਕੀ ਹੋਇਆ? ਡੋ ਹੁੰਦੀ ਹੈ ਇਸਤਰੀ ਹਿਰਨ। ਐਂਡ ਅ ਫਾਨ ਅਤੇ ਹਿਰਨ ਦਾ ਬੱਚਾ ਕੇਮ ਫਰੋਮ ਬਿਹਾਈਂਡ, ਪਿੱਛੋਂ ਕਿਤੋਂ ਆਏ। ਨੀਡਿੰਗ ਦ ਬੱਕ ਇਨ ਦੇਅਰ ਲਾਈਵਸ। ਉਹ ਦੋਨੋਂ ਚਾਹੁੰਦੇ ਸੀ ਉਸ ਬੱਕ ਨੂੰ, ਉਸ ਨਰ ਹਿਰਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ। ਸੋ ਭਾਵੇਂ ਉਹ ਹਿਰਨ ਚ ਉਸਦੀ ਫੈਮਿਲੀ ਦੇ ਲੋਕ ਕਹਿ ਕੁਝ ਵੀ ਨਹੀਂ ਦੇ ਸੀ, ਪਰ ਇਹ ਉਸ ਹੰਟਰ ਦੀ ਆਪਣੀ ਇੰਟਰਪ੍ਰੀਟੇਸ਼ਨ ਸੀ, ਆਪਣੀ ਟ੍ਰਾਂਸਲੇਸ਼ਨ ਸੀ ਉਸ ਸੀਨ ਦੀ ਕਿ ਸ਼ਾਇਦ ਇਹ ਜੋ ਮੈਂ ਬੱਕ ਨੂੰ ਮਾਰਨ ਆਇਆ ਉਸ ਦੀਆਂ ਅੱਖਾਂ ਵਿੱਚ ਇੱਕ ਬੇਨਤੀ ਭਾਵ ਝਲਕ ਰਿਹਾ। ਇਹ ਜੋ ਉਸਦੇ ਫੈਮਿਲੀ ਮੈਂਬਰ ਆਏ ਨੇ ਉਹ ਤਾਂ ਕਰਕੇ ਆਏ ਨੇ ਕਿ ਉਹ ਵੀ ਬੇਨਤੀ ਕਰ ਰਹੇ ਨੇ ਕਿ ਉਹ ਹਿਰਨ ਨੂੰ ਆਪਣੀ ਲਾਈਫ ਵਿੱਚ ਚਾਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਉਸ ਹੰਟਰ ਦੇ ਦਿਮਾਗ ਵਿੱਚ ਚਲੀਆਂ ਜਦੋਂ ਉਸਨੇ ਸਾਰਾ ਸੀਨ ਦੇਖਿਆ। ਪਰ ਫਿਰ ਵੀ ਉਸਨੇ ਆਪਣੇ ਅੰਦਰ ਜਿਹੜੀ ਦਇਆ ਭਾਵਨਾ ਉਤਪੰਨ ਹੋਈ ਉਸਨੂੰ ਦਬਾ ਲਿਆ। ਅਗਲੀ ਲਾਈਨ ਕੀ ਹੈ? ਦ ਹੰਟਰ ਨਿਊ। ਹੰਟਰ ਜਾਣਦਾ ਸੀ ਵਾਟ ਹੀ ਕੇਮ ਫੋਰ, ਉਹ ਕਾਹਦੇ ਵਾਸਤੇ ਆਇਆ ਸੀ। ਐਂਡ ਰੇਜ਼ਡ ਹਿਸ ਗਨ, ਅਤੇ ਉਸਨੇ ਆਪਣੀ ਗਨ ਉਠਾ ਲਈ। ਬਟ ਆਊਟ ਆਫ ਨੋਵੇਅਰ, ਪਰ ਪਤਾ ਨਹੀਂ ਕਿਧਰੋਂ, ਹੀ ਸੌ ਦ ਬਕਸ ਸਨ, ਉਸਨੇ ਬਕ ਦੇ ਸਨ ਨੂੰ ਦੇਖਿਆ ਕਿ ਉਹ ਸਾਹਮਣੇ ਆ ਗਿਆ ਹੈ। ਇਟ ਵਾਸ ਕਿਊਟ, ਉਹ ਬੜਾ ਕਿਊਟ ਸੀ, ਪਿਆਰਾ ਸੀ। ਟੂ ਸੇ ਦ ਲੀਸਟ, ਉਹ ਇੰਨਾ ਪਿਆਰਾ ਸੀ ਕਿ ਉਹਨੂੰ ਕੋਈ ਜ਼ਿਆਦਾ ਕਹਿਣ ਦੀ ਲੋੜ ਨਹੀਂ ਸੀ। ਐਂਡ ਇਫ ਹੀ ਕਿਲਡ ਦ ਬਕ, ਤੇ ਜੇ ਹੁਣ ਵੀ ਉਹ ਉਸ ਬਕ ਨੂੰ ਮਾਰ ਦਿੰਦਾ, ਹੀ ਵੁੱਡ ਫੀਲ ਲਾਈਕ ਅ ਬੀਸਟ, ਤਾਂ ਉਸਨੂੰ ਲੱਗਣਾ ਸੀ ਕਿ ਉਹ ਕਿਸੇ ਦੈਂਤ ਜਾਂ ਰਾਖਸ਼ਸ ਤੋਂ ਘੱਟ ਨਹੀਂ ਸੀ। ਦ ਹੰਟਰ ਲੁਕਡ ਐਟ ਦ ਡੀਅਰ ਅਗੇਨ। ਹੰਟਰ ਸ਼ਿਕਾਰੀ ਨੇ ਉਸ ਹਿਰਨ ਵੱਲ ਦੁਬਾਰਾ ਦੇਖਿਆ। ਐਂਡ ਸਮਥਿੰਗ ਗ੍ਰੂ ਇਨ ਹਿਮ, ਅਤੇ ਉਸਦੇ ਦਿਮਾਗ ਵਿੱਚ ਕੁਝ ਉਪਜਿਆ। ਹੀ ਗੈਦਰਡ ਸਮ ਨਟਸ ਐਂਡ ਫੈਡ ਦ ਡੀਅਰ, ਉਸਨੇ ਕੁਝ ਨਟਸ ਯਾਨੀ ਅਖਰੋਟ, ਬਦਾਮ, ਠੀਕ ਹੈ, ਇਹ ਸਾਰਿਆਂ ਨੂੰ ਕੀ ਕਹਿੰਦੇ ਆ? ਨਟਸ। ਸੋ ਉਸਨੇ ਕੁਝ ਇਸ ਤਰ੍ਹਾਂ ਦੇ ਨਟਸ ਇਕੱਠੇ ਕੀਤੇ। ਐਂਡ ਫੈਡ ਦ ਡੀਅਰ, ਅਤੇ ਡੀਅਰ ਨੂੰ ਖਵਾਏ ਯਾਨੀ ਹਿਰਨ ਨੂੰ ਖਵਾਏ। ਐਂਡ ਹੀ ਫੈਲਟ ਦ ਡੀਅਰਸ ਲੈਕ ਆਫ ਫੀਅਰ, ਅਤੇ ਉਸਨੂੰ ਮਹਿਸੂਸ ਹੋਇਆ ਕਿ ਹੁਣ ਉਹ ਹਿਰਨ ਡਰ ਰਹਿਤ ਹੋ ਗਿਆ ਹੈ। ਲੈਕ ਹੁੰਦਾ ਰਹਿਤ, ਕਿਸੇ ਚੀਜ਼ ਤੋਂ ਬਿਨਾ, ਕਿਸ ਚੀਜ਼ ਤੋਂ ਬਿਨਾ? ਫੀਅਰ ਤੋਂ ਬਿਨਾ। ਲੈਕ ਆਫ ਫੀਅਰ ਯਾਨੀ ਡਰ ਤੋਂ ਰਹਿਤ। ਉਸਦੇ ਚਿਹਰੇ ਤੇ ਇੱਕ ਬਹੁਤ ਵੱਡੀ ਮੁਸਕਰਾਹਟ ਆਈ। ਹੀ ਸਟੇਡ ਵਿਦ ਦ ਡੀਅਰ ਫॉर ਅ ਵਾਈਲ।
फिर ਉਹ ਕੁਝ ਦੇਰ ਉਸ ਹਿਰਨ ਕੋਲ ਰੁਕਿਆ, ਸਟੇਡ ਹੁੰਦਾ ਠਹਿਰਿਆ, ਐਂਡ ਹੀ ਵੈਂਟ ਹੋਮ ਫੀਲਿੰਗ ਗ੍ਰੇਟ, ਤੇ ਉਹ ਆਪਣੇ ਘਰ ਬਹੁਤ ਵਧੀਆ ਫੀਲਿੰਗ ਦੇ ਨਾਲ ਚਲਾ ਗਿਆ। ਐਨੋਨਿਮਸ ਕੀ ਹੁੰਦਾ? ਅਗਿਆਤ, ਜਿਹਦੇ ਪੋਇਟ ਦਾ ਪਤਾ ਨਾ ਹੋਵੇ, ਠੀਕ ਹੈ ਵੀ ਕਿੰਨੇ ਲਿਖੀ ਹੈ ਉਹਨੂੰ ਕਹਿੰਦੇ ਨੇ ਅਨੋਨਿਮਸ। ਸੋ ਅਨੋਨਿਮਸ ਹੈ ਪੋਇਮ, ਇਹਦੇ ਪੋਇਟ ਦਾ ਸਾਨੂੰ ਨਹੀਂ ਪਤਾ। ਓਕੇ ਜੀ, ਬਹੁਤ ਅੱਛੀ ਪੋਇਮ ਮੈਨੂੰ ਤਾਂ ਲੱਗੀ ਤੇ ਮੈਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਕਿ ਸਾਨੂੰ ਦੇਖੋ ਆਪਣਾ ਬਿਹੇਵੀਅਰ ਬੜਾ ਕੰਪੈਸ਼ਨੇਟ ਰੱਖਣਾ ਚਾਹੀਦਾ ਹੈ ਸਾਰਿਆਂ ਦੇ ਨਾਲ, ਚਾਹੇ ਉਹ ਜਾਨਵਰ ਹੋਵੇ, ਚਾਹੇ ਉਹ ਵਿਅਕਤੀ ਹੋਵੇ, ਚਾਹੇ ਕੋਈ ਵੀ ਹੋਵੇ, ਛੋਟਾ ਹੋਵੇ ਵੱਡਾ ਹੋਵੇ। ਓਕੇ, ਹੁਣ ਆ ਜਾਓ ਜੀ ਐਕਟੀਵਿਟੀ ਸੈਕਿੰਡ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਫਾਸਟਲੀ ਥੋੜਾ ਪੜ੍ਹੀਏ ਕਿਉਂਕਿ ਇਹਦੀ ਐਕਟੀਵਿਟੀਜ਼ ਕਾਫੀ ਹਨ। ਇਸ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਵੀਡੀਓ ਛੋਟੀ ਰੱਖ ਕੇ ਤੇ ਜ਼ਿਆਦਾ ਤੋਂ ਜ਼ਿਆਦਾ ਤੇ ਜਲਦੀ ਤੋਂ ਜਲਦੀ ਤੁਹਾਨੂੰ ਸਭ ਕੁਝ ਸਮਝ ਆ ਜਾਵੇ, ਇਹ ਮੇਰੀ ਕੋਸ਼ਿਸ਼ ਰਹੇਗੀ। ਆ ਜਾਓ ਵੋਕੈਬਲਰੀ ਐਕਸਪੈਂਡ ਕਰੀਏ, ਆਪਣੇ ਸ਼ਬਦ ਭੰਡਾਰ ਚ ਵਾਧਾ ਕਰੀਏ। ਪਿਕ ਅਪ ਵਰਡਸ ਫਰਮ ਦਾ ਪੋਇਮ that match the rhyme of the following words। ਹੁਣ ਪੋਇਮ ਨੂੰ ਹੀ ਦੇਖੋ ਤੇ ਆ ਨੀਚੇ ਜਿਹੜੇ 5 ਵਰਡਸ ਦਿੱਤੇ ਹੋਏ ਨੇ ਇਹਨਾਂ ਦੇ ਨਾਲ ਉਹਨਾਂ ਨੂੰ ਰਾਈਮਿੰਗ ਕਰੋ। ਸੋ ਪਹਿਲਾ ਹੈ ਫਨ, ਫਨ ਦੇ ਨਾਲ ਰਾਈਮਿੰਗ ਕਿਹੜੀ ਹੋਏਗੀ? ਗਨ, ਵੈਰੀ ਗੁੱਡ, GUN ਗਨ। ਫੀਸਟ, ਫੀਸਟ ਦੇ ਨਾਲ ਕੀ ਹੋਏਗੀ? ਬੀਸਟ। ਵਾਈਜ਼, WISE, ਵਾਈਜ਼ ਦੇ ਨਾਲ ਕਿਹੜੀ ਰਾਈਮਿੰਗ ਹੋਏਗੀ? ਆਈਜ਼, EYES। ਨੀਅਰ, ਨੀਅਰ ਕੀ ਹੁੰਦਾ? ਨੇੜੇ। ਡੀਅਰ ਯਾਨੀ ਹਿਰਨ। ਫਾਈਲ ਹੈ ਨਾ, ਇਹਦੇ ਨਾਲ ਕਿਹੜੀ ਰਾਈਮਿੰਗ ਹੋਏਗੀ? ਵਾਈਲ, WHILE। ਨਾਓ ਕਮ ਟੂ ਐਕਟੀਵਿਟੀ ਥਰਡ। ਰੀਡ ਦਾ ਵਰਡਸ ਇਨ ਦਾ ਫੋਲੋਇੰਗ ਟੇਬਲ ਐਂਡ ਡੂ ਐਸ ਡਾਇਰੈਕਟਡ। ਹੁਣ ਨੀਚਲਾ ਟੇਬਲ ਦੇਖੋ, ਉੱਥੇ ਵਰਡਸ ਲਿਖੇ ਹੋਏ ਨੇ ਤੇ ਕਾਲਮ ਬਣੇ ਹੋਏ ਨੇ। ਕਾਲਮ ਕਿਹੜੇ ਕਿਹੜੇ ਨੇ? ਪਹਿਲਾ ਕਾਲਮ ਹੈ ਆਈ ਨੋ ਦਾ ਵਰਡ। ਸੋ ਜੇ ਤੁਸੀਂ ਵਰਡ ਜਾਣਦੇ ਹੋ ਤਾਂ ਕੀ ਕਰੋਗੇ? ਪੁੱਟ ਅ ਟਿਕ, ਇਸ ਵਰਡ ਦੇ ਅੱਗੇ ਟਿਕ ਲਗਾ ਦੋਗੇ। ਤੇ ਜੇ ਤੁਸੀਂ ਨਹੀਂ ਜਾਣਦੇ ਆਈ ਡੋਂਟ ਨੋ ਤੇ ਸੈਕਿੰਡ ਕਾਲਮ ਉਹ ਬਣਿਆ ਹੋਇਆ। ਫਿਰ ਉਸ ਤੋਂ ਬਾਅਦ ਰਾਈਟ ਦਾ ਮੀਨਿੰਗ ਇਫ ਯੂ ਨੋ ਇਟ। ਜਿਹਦਾ ਮੀਨਿੰਗ ਤੁਹਾਨੂੰ ਪਤਾ ਹੈ ਤਾਂ ਫਿਰ ਤੁਸੀਂ ਇੱਥੇ ਮੀਨਿੰਗ ਲਿਖੋਗੇ। ਸਭ ਤੋਂ ਪਹਿਲਾਂ ਬਕ, ਸੋ ਜੇ ਤੁਹਾਨੂੰ ਇਹਦਾ ਮਤਲਬ ਪਤਾ ਤੇ ਤੁਸੀਂ ਕੀ ਕਰੋਗੇ? ਇੱਥੇ ਟਿਕ ਲਗਾ ਦੋਗੇ। ਤੁਸੀਂ 1 ਨੰਬਰ ਵੀ ਪਾਸ ਦਿਓ ਕਿ ਮੈਨੂੰ 1 ਨੰਬਰ ਮਿਲ ਗਿਆ। ਓਕੇ, ਯੈਸ, ਬਕ ਮੀਨਸ ਨਰ ਹਿਰਨ। ਸੈਕਿੰਡ ਹੰਟਰ, ਹੰਟਰ ਕੀ ਹੁੰਦਾ? ਯੈਸ, ਸ਼ਿਕਾਰੀ। ਥਰਡ ਬੀਸਟ, ਬੀਸਟ ਕੀ ਹੁੰਦਾ? ਰਾਖਸ਼ਸ, ਦੈਂਤ, ਠੀਕ, ਜਾਨਵਰ ਵੀ ਕਹਿ ਸਕਦੇ ਹਾਂ। ਰੇਜ਼ਡ, ਰੇਜ਼ਡ ਹੁੰਦਾ ਚੁੱਕਿਆ, ਜਿਵੇਂ ਸਿਰ ਚੁੱਕਿਆ, he raised his head। ਬੰਦੂਕ ਚੱਕੀ, he raised his gun। ਫਿਫਥ ਜਰਨੀ, ਯਾਤਰਾ। ਸਿਕਸਥ ਡੋ, ਡੋ ਕੀ ਹੁੰਦਾ? ਯੈਸ, ਇਸਤਰੀ ਹਿਰਨ। 7 ਫਾਨ, ਫਾਨ ਮਤਲਬ ਵੈਰੀ ਗੁੱਡ, ਹਿਰਨ ਦਾ ਬੱਚਾ। तो देख लो ਤੁਹਾਡੇ ਕਿੰਨੇ ਨੰਬਰ ਆਏ। ਓਕੇ, ਐਕਟੀਵਿਟੀ 4 ਸੋ ਆਪਾਂ ਰੀਡ ਐਂਡ ਕੰਪਰੀਹੈਂਡ ਕਰਨਾ, ਯਾਨੀ ਹੁਣ ਇਹਨੂੰ ਅਸੀਂ ਪੜ੍ਹਨਾ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਨਾਲੇ ਇਹ ਸਾਰਾ ਕੁਝ ਕਰਕੇ ਸਾਨੂੰ ਪੋਇਮ ਹੋਰ ਅੱਛੇ ਤਰੀਕੇ ਨਾਲ ਸਮਝ ਆਏਗੀ। ਫਰਸਟ, ਸੋ ਇਹਦੇ ਚ ਕਰਨਾ ਕੀ ਹੈ? ਤੁਸੀਂ ਆਪਸ਼ਨਸ ਦਿੱਤੀਆਂ ਹੋਈਆਂ ਤੇ ਰਾਈਟ ਆਪਸ਼ਨ ਸਿਲੈਕਟ ਕਰਕੇ ਆਪਾਂ ਫਿਲ ਇਨ ਦਾ ਬਲੈਂਕ ਕਰਨਾ ਹੈ। ਫਰਸਟ, ਦ ਹੰਟਰ ਵੈਂਟ ਔਨ ਅ ਜਰਨੀ to find some deer meat. Second, the hunter found a buck. Third, the other word for a male deer is buck. Fourth, the poet thought that the buck was begging for his own life. Fifth, a female deer is called a doe. Sixth, a young deer is called a fawn. Seventh, the hunter remembered what he came for and raised his gun. A fawn came out of nowhere. Ninth, the hunter felt that he could not kill the buck. 10th, the hunter gathered dash for feeding the deer nuts. Activity 5, write answers to the following questions. आज हुणे questions दे answer लिखिए। First, what did the hunter want to eat? Hunter की खाना चाहता सी? The hunter wanted to eat some deer meat. Second, what did the hunter see? The hunter saw a buck. Third, why did the hunter not kill the buck? If he killed the buck, he would feel like a beast. Fourth, what did the hunter do? Hunter ने फिर की किया ਜਦੋਂ ਉਸਨੇ buck ਨੂੰ ਨਹੀਂ ਮਾਰਿਆ? The hunter gathered nuts and feed the deer. Fifth, how did the buck feel after eating nuts?
ਨਰ ਹਿਰਨ ਨੇ ਕਿਸ ਤਰ੍ਹਾਂ ਫੀਲ ਕੀਤਾ ਨਟਸ ਨੂੰ ਖਾਣ ਤੋਂ ਬਾਅਦ? The buck was out of fear after eating nuts. Activity 6. Explain the following statements in your own words. ਹੁਣ ਆਪਾਂ ਨੀਚੇ 3 ਸਟੇਟਮੈਂਟਸ ਦਿੱਤੀਆਂ, ਵਾਕ ਦਿੱਤੇ ਨੇ, ਇਹਨੂੰ ਅਸੀਂ ਐਕਸਪਲੇਨ ਕਰਨਾ ਆਪਣੇ ਸ਼ਬਦਾਂ ਨਾਲ। ਮੀਨਸ ਕਿ ਤੁਸੀਂ ਆਪਣੀ ਇੰਗਲਿਸ਼ ਬਣਾਉਣੀ, ਚਾਹੇ ਗਲਤ ਬਣਾਓ ਚਾਹੇ ਠੀਕ ਬਣਾਓ, ਓਕੇ, ਪਰ ਬਣਾਉਣੀ ਤੁਸੀਂ ਆਪਣੇ ਆਪ ਹੈ। ਸੋ ਕਿਸ ਤਰ੍ਹਾਂ ਮੈਂ ਤੁਹਾਡੀ ਥੋੜੀ ਜਿਹੀ ਹੈਲਪ ਕਰ ਦੇਣਾ, ਪਰ ਕੋਸ਼ਿਸ਼ ਕਰਨਾ ਤੁਸੀਂ ਆਪਣੇ ਆਪ ਇਹਨੂੰ ਐਕਸਪਲੇਨ ਕਰ ਸਕੋ। ਜਿਵੇਂ ਫਰਸਟ ਹੈ, ਐਂਡ ਇਫ ਹੀ ਕਿਲਡ ਦ ਬਕ ਹੀ ਵੁੱਡ ਫੀਲ ਲਾਈਕ ਅ ਬੀਸਟ। ਸੋ ਪਹਿਲਾਂ ਮੈਂ ਇਹਦੀ ਪੰਜਾਬੀ ਵਿੱਚ ਵਿਆਖਿਆ ਕਰ ਦੇਣਾ, ਫਿਰ ਅਸੀਂ ਇੰਗਲਿਸ਼ ਲਿਖਣ ਦਾ ਯਤਨ ਕਰਾਂਗੇ, ਓਕੇ। ਪਰ ਇਹ ਤੁਸੀਂ ਆਪਣੇ ਆਪ ਬਣਾ ਕੇ ਕਰਨੀ ਹੈ, ਇਸ ਕਰਕੇ ਮੈਂ ਸਕਰੀਨ ਤੇ ਕੁਝ ਵੀ ਨਹੀਂ ਲਿਖ ਰਿਹਾ, ਮੈਂ ਸਿਰਫ ਤੁਹਾਨੂੰ ਬੋਲ ਕੇ ਦੱਸ ਰਿਹਾ। ਤੇ ਜੇ ਹੁਣ ਉਹ ਉਸ ਹਿਰਨ ਨੂੰ ਮਾਰ ਦਿੰਦਾ ਤਾਂ ਉਹ ਇੱਕ ਜਾਨਵਰ ਵਾਂਗ ਮਹਿਸੂਸ ਕਰਦਾ ਆਪਣੇ ਆਪ ਨੂੰ। ਸੋ ਇਹਨੂੰ ਆਪਾਂ ਐਕਸਪਲੇਨ ਕਰਨਾ ਹੈ, ਕਿਉਂ ਜਾਨਵਰ ਵਾਂਗ ਮਹਿਸੂਸ ਕਰਦਾ? ਉਹ ਤਾਂ ਜਾਨਵਰ ਵਾਂਗ ਮਹਿਸੂਸ ਕਰਦਾ ਕਿਉਂਕਿ ਉਸਨੇ ਦੇਖਿਆ ਕਿ ਉਸਦੀ ਫੈਮਿਲੀ ਦੇ ਮੈਂਬਰ ਉਸਦੀ ਜਾਨ ਬਖਸ਼ਾਉਣ ਲਈ ਉੱਥੇ ਪਹੁੰਚ ਚੁੱਕੇ ਸਨ। ਸੋ ਉਸ ਨੂੰ ਤਰਸ ਆ ਗਿਆ, ਤਾਂ ਫਿਰ ਸ਼ਿਕਾਰੀ ਨੂੰ ਲੱਗਣਾ ਸੀ ਕਿ ਉਹ ਤਾਂ ਆਪ ਹੀ ਜਾਨਵਰ ਹੈ ਜਿਹਨੂੰ ਉਹਨਾਂ ਤੇ ਤਰਸ ਨਹੀਂ ਆਇਆ। ਇੰਗਲਿਸ਼ ਵਿੱਚ ਕਿੱਦਾਂ ਕਰਾਂਗੇ? When he felt that the buck was begging for his life and his wife along with his son were there for his sport, then he would be a beast if he killed the buck. Second, and something grew in him. ਉਸ ਦੇ ਦਿਮਾਗ ਵਿੱਚ ਕੁਝ ਆਇਆ। ਸੋ ਇਹਨੂੰ ਤੁਸੀਂ ਐਕਸਪਲੇਨ ਕਰ ਸਕਦੇ ਹੋ। When his heart was filled with mercy, ਜਦੋਂ ਉਸ ਦਾ ਦਿਲ ਤਰਸ ਨਾਲ ਭਰ ਗਿਆ, then he thought that he would give some nuts to the buck. So this was the idea grew in him. Third, and he felt the deer's lack of fear. So when he fed the buck, then he found that the deer was now out of fear. Learning language. ਸੋ ਆਓ ਹੁਣ ਆਪਾਂ ਵਿਆਕਰਣ ਦਾ ਪਾਠ ਕਰੀਏ। ਡਿਟਰਮਿਨਰਸ। ਇੱਕ ਵਰਡ ਹੁੰਦਾ ਡਿਟਰਮਿਨ। ਡਿਟਰਮਿਨ ਹੁੰਦਾ ਇਰਾਦਾ ਕਰਨਾ, ਕੋਈ ਚੀਜ਼ ਨਿਰਧਾਰਿਤ ਕਰ ਲੈਣੀ, ਠੀਕ ਹੈ, ਉਹਨੂੰ ਕਹਿੰਦੇ ਡਿਟਰਮਿਨ ਕਰ ਲੈਣਾ, ਓਕੇ। ਸੋ ਡਿਟਰਮਿਨਰਸ ਉਹ ਵਾਲੇ ਸ਼ਬਦ ਜੋ ਕਿਸੇ ਚੀਜ਼ ਨੂੰ ਨਿਰਧਾਰਿਤ ਕਰਦੇ ਹੋਣ। ਜਿਵੇਂ ਮੰਨ ਲਓ ਮੇਰੇ ਹੱਥ 'ਚ ਪੈਨ ਹੈ, ਹੁਣ ਪਤਾ ਨਹੀਂ ਕਿਹਦਾ ਪੈਨ ਹੈ, ਹੁਣ ਮੈਂ ਜੇ ਬੋਲਿਆ ਮੇਰਾ ਪੈਨ, ਤਾਂ ਉਹ ਚੀਜ਼ ਨਿਰਧਾਰਿਤ ਹੋ ਗਈ ਨਾ, ਫਿਕਸ ਹੋ ਗਈ ਕਿ ਪੈਨ ਤਾਂ ਹੈ ਤੇ ਪੈਨ ਕਿਹਦਾ? ਮੇਰਾ। ਪਰ ਕਿਹੜੇ ਸ਼ਬਦ ਨੇ ਨਿਰਧਾਰਿਤ ਕੀਤਾ ਪੈਨ ਬਾਰੇ? ਮੇਰਾ, ਯਾਨੀ ਮਾਈ, ਓਕੇ। ਜੇ ਮੈਂ ਕਹਾਂ ਇੱਕ ਪੈਨ, ਹੁਣ ਪੈਨ ਬਾਰੇ ਮੈਂ ਇੱਕ ਚੀਜ਼ ਨਿਰਧਾਰਿਤ ਕਰਤੀ ਵੀ ਇਹਨਾਂ ਦੀ ਸੰਖਿਆ ਕਿੰਨੀ ਹੈ। ਕਿਹੜੇ ਸ਼ਬਦ ਨੇ ਨਿਰਧਾਰਿਤ ਕੀਤੀ? 1 ਜਾਂ ਅ, ਠੀਕ ਹੈ। ਸੋ ਇਹੋ ਜਿਹੇ ਸ਼ਬਦ ਜਿਹੜੇ ਕਿਸੇ ਸ਼ਬਦ ਦੀ ਹੋਂਦ ਨੂੰ ਨਿਰਧਾਰਿਤ ਕਰਨ, ਓਕੇ, ਸਾਨੂੰ ਉਹਦੇ ਬਾਰੇ ਦੱਸਣ ਉਹ ਕਿੰਨੇ ਨੇ, ਉਹ ਕਿਹਦਾ ਹੈ, ਉਹ ਕੋਈ ਖਾਸ ਚੀਜ਼ ਹੈ, ਕੋਈ ਆਮ ਚੀਜ਼ ਹੈ, ਕੋਈ ਸਿੰਗੂਲਰ ਹੈ ਕਿ ਪਲੂਰਲ ਹੈ, ਉਹਦੇ 'ਚ ਗੁਣ ਕਿਹੜਾ ਹੈ, ਉਹ ਛੋਟੇ ਛੋਟੇ ਸ਼ਬਦ ਉਹਨੂੰ ਆਪਾਂ ਕਹਿੰਦੇ ਆ ਉਸ ਸ਼ਬਦ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ, ਓਕੇ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਡਿਟਰਮਿਨਰਸ। ਫਰਸਟ, ਦ ਰੈਬਿਟ ਫਾਊਂਡ ਇਟਸ ਹੋਲ। ਹੁਣ ਦੇਖੋ ਰੈਬਿਟ ਤਾਂ ਕਿੰਨੇ ਹੀ ਹੋ ਸਕਦੇ ਨੇ, ਓਕੇ। ਜਦੋਂ ਦ ਰੈਬਿਟ ਲੱਗ ਗਿਆ ਇਹਦਾ ਮਤਲਬ ਕਿਸੇ ਖਾਸ ਰੈਬਿਟ ਦੀ ਗੱਲ ਕਰ ਰਹੇ ਨੇ, ਓਕੇ। ਜਦੋਂ ਕਿਸੇ ਖਾਸ ਦੀ ਗੱਲ ਕਰਨੀ ਹੋਵੇ ਆਪਾਂ ਉਹਦੇ ਨਾਲ ਕੀ ਲਗਾ ਦਿੰਦੇ ਆ? ਦ। ਸੈਕਿੰਡ, I ate the vanilla cake in the evening. ਸੋ ਇੱਥੇ ਵੀ ਕੀ ਲੱਗ ਗਿਆ? ਦ, ਓਕੇ। ਵੀ ਮੈਂ ਜਿਹੜਾ ਵਨੀਲਾ ਕੇਕ, ਖਾਸ ਵਨੀਲਾ ਕੇਕ ਹੈ ਉਹਦੀ ਗੱਲ ਕਰ ਰਿਹਾ, ਨਹੀਂ ਤਾਂ ਵਨੀਲਾ ਕੇਕ ਤਾਂ ਕਈ ਨੇ। ਈਵਨਿੰਗ, ਜਿਹੜੀ ਈਵਨਿੰਗ ਦੀ ਮੈਂ ਗੱਲ ਕਰ ਰਿਹਾ, ਓਕੇ, ਉਸ ਈਵਨਿੰਗ ਦੀ, ਫਿਰ ਤਾਂ ਇੱਥੇ ਕੀ ਲੱਗ ਗਿਆ? ਦ। ਥਰਡ, ਮੈਟਲ ਕੈਨਸ ਆਰ ਰੀਸਾਈਕਲੇਬਲ। ਹੁਣ ਰੀਸਾਈਕਲੇਬਲ ਕੀ ਹੁੰਦਾ? ਦੁਬਾਰਾ ਜਿਹੜੀ ਚੀਜ਼ ਨੂੰ ਆਪਾਂ ਬਣਾ ਸਕੀਏ, ਓਕੇ। ਮੰਨ ਲਓ ਪਲਾਸਟਿਕ ਹੈ, ਪਲਾਸਟਿਕ ਖਰਾਬ ਹੋ ਗਿਆ ਤੇ ਫਿਰ ਕੀ ਹੁੰਦਾ? ਉਹਨੂੰ ਪਿਘਲਾ ਕੇ ਫਿਰ ਤਰਲ ਕਰਤਾ, ਉਸ ਤੋਂ ਬਾਅਦ ਉਹਨੂੰ ਫਿਰ ਆਪਾਂ ਮੋਲਡ ਕਰ ਸਕਦੇ ਹਾਂ, ਢਾਲ ਸਕਦੇ ਹਾਂ ਕਿਸੇ ਦੂਜੀ ਸ਼ੇਪ ਵਿੱਚ। ਸੋ ਇਸੇ ਤਰ੍ਹਾਂ ਹੀ ਮੈਟਲ ਕੈਨਸ ਹੁੰਦੇ ਨੇ, ਉਹਨਾਂ ਨੂੰ ਅਸੀਂ ਪਿਘਲਾ ਕੇ ਫਿਰ ਰੀਸਾਈਕਲ ਕਰ ਸਕਦੇ ਹਾਂ, ਓਕੇ। ਸੋ ਮੈਟਲ ਕੈਨਸ ਆਰ ਰੀਸਾਈਕਲੇਬਲ। ਦ ਮੈਟਲ ਕੈਨਸ ਆਰ ਰੀਸਾਈਕਲੇਬਲ। Okay, the bold words above the determiners, ਜਿਹੜੇ ਉੱਪਰ words bold ਕੀਤੇ ਹੋਏ ਨੇ। bold ਕੀ ਹੁੰਦਾ ਨਾ? ਮੋਟੇ। ਸੋ ਇਹ ਜਿਹੜੇ ਮੋਟੇ words ਕੀਤੇ ਨੇ ਇਹ ਸਾਰੇ ਕੀ ਨੇ? determiners. Determiners are words like the, an, this,
or some that always come before a noun or before any other adjectives used for the noun. So ਇਹ determiners ਆਪਾਂ ਲਿਖਦੇ ਕਦੋਂ ਆ? ਦੋ ਜਗ੍ਹਾ ਹੁੰਦੀਆਂ ਨੇ, ਇੱਕ ਤਾਂ ਨਾउन ਤੋਂ ਪਹਿਲਾਂ ਤੇ ਜਾਂ ਨਾउन ਦੇ ਨਾਲ ਕੋਈ ਆਪਾਂ ਜੇ ਵਿਸ਼ੇਸ਼ਣ ਜੋੜਨਾ ਹੋਵੇ, ਕੋਈ ਗੁਣ ਔਗਣ ਜੋੜਨਾ ਹੋਵੇ, ਉਸ ਤੋਂ ਪਹਿਲਾਂ ਵੀ ਇਹ ਡਿਟਰਮੀਨਰਸ ਲੱਗ ਜਾਂਦੇ ਨੇ। ਡਿਟਰਮੀਨਰਸ ਆਰ ਨੀਡਡ ਬਿਫੋਰ ਅ ਸਿੰਗੂਲਰ ਨਾउन। ਹੁਣ ਜਿੱਥੇ ਸਿੰਗੂਲਰ ਨਾउन ਹੋਵੇ, ਇੱਕ ਵਚਨ ਨਾਮ, ਓਕੇ, ਉੱਥੇ ਡਿਟਰਮੀਨਰਸ ਦੀ ਵਰਤੋਂ ਹੁੰਦੀ ਹੈ। but we may or may not use it when talking about plural nouns. For example, ਉਦਾਹਰਨ ਦੇ ਤੌਰ ਤੇ look at the placement। ਹੁਣ ਤੁਸੀਂ ਇਹਦੀ ਜਗ੍ਹਾ ਦੇਖੋ ਕਿੱਥੇ ਇਹ ਲੱਗਦਾ ਹੈ। and uses ਅਤੇ ਇਸ ਦੀ ਵਰਤੋਂ ਦੇਖੋ ਕਿਸ ਚੀਜ਼ ਦੀ? of the common determiners। ਜਿਹੜਾ ਇੱਕ ਆਮ ਡਿਟਰਮੀਨਰ ਹੈ, ਸਾਂਝਾ ਡਿਟਰਮੀਨਰ ਹੈ, ਉਹ ਕਿਹੜਾ ਹੈ? the in the sentences above। ਜਿਹੜੇ ਉੱਪਰ sentences ਦਿੱਤੇ ਹਨ ਉਹਨਾਂ ਦੇ ਵਿੱਚ ਉਹਦੀ ਪਲੇਸਮੈਂਟ ਦੇਖੋ, ਯਾਨੀ ਕਿੱਥੇ ਲੱਗਿਆ ਹੋਇਆ ਤੇ ਉਹਦੀ ਵਰਤੋਂ ਕਿੱਦਾਂ ਹੋਈ ਹੈ, ਕਿਹਦੀ? the ਦੀ। ਇਹ ਤੁਸੀਂ ਨੋਟ ਕਰੋ। in all the examples, ਸਾਰੀਆਂ ਉਦਾਹਰਣਾਂ ਵਿੱਚ the determiner is placed before the noun। ਕਿ ਜਿਹੜਾ determiner ਹੈ ਉਹ ਕਿੱਥੇ ਪਲੇਸ ਹੋਇਆ, ਕਿੱਥੇ ਰੱਖਿਆ ਗਿਆ ਉਹਨੂੰ? noun ਤੋਂ ਪਹਿਲਾਂ। or ਦਾ ਮਤਲਬ ਕੀ ਹੁੰਦਾ? ਜਾਂ। noun phrase, whether the noun is the subject or the object, ਜਾਂ ਉਹ noun phrase ਵਿੱਚ ਰੱਖਿਆ ਗਿਆ ਹੈ। ਓਕੇ, phrase ਕੀ ਹੁੰਦੇ ਨੇ? ਦੋ ਜਾਂ ਤਿੰਨ ਸ਼ਬਦਾਂ ਦਾ ਇਕੱਠ। ਹੁਣ ਉੱਪਰ ਕਿਵੇਂ ਹੋਇਆ? ਵਨੀਲਾ ਕੇਕ, ਰੀਸਾਈਕਲੇਬਲ, ਓਕੇ, ਮੈਟਲ ਕੈਨਸ, ਇਹ ਸਾਰੇ ਕੀ ਨੇ? phrase ਹੈ, ਇਹ noun phrase ਹੈ। ਓਕੇ, ਸੋ ਜਾਂ ਇਹ noun ਤੋਂ ਪਹਿਲਾਂ ਲੱਗਦਾ ਤੇ ਜਾਂ ਇਹ noun phrase ਤੋਂ ਪਹਿਲਾਂ ਲੱਗਦਾ। ਓਕੇ, in the first example it comes directly before the noun। ਪਹਿਲੀ ਐਗਜ਼ਾਮਪਲ 'ਚ ਅਸੀਂ ਦੇਖਿਆ ਕਿ ਇਹ ਬਿਲਕੁਲ noun ਤੋਂ ਪਹਿਲਾਂ ਲੱਗ ਗਏ। in the second example it comes before the adjective that introduces the noun cake। ਤੇ ਦੂਜੀ ਐਗਜ਼ਾਮਪਲ 'ਚ ਕੀ ਲੱਗਿਆ ਕਿ noun ਤੋਂ ਪਹਿਲਾਂ ਜਿਹੜਾ ਐਡਜੈਕਟਿਵ ਲੱਗਿਆ ਸੀ, ਯਾਨੀ ਜਿਹੜੇ noun ਦੀ ਵਿਸ਼ੇਸ਼ਤਾ ਦੱਸ ਰਿਹਾ ਸੀ, ਇਹ ਉਸ ਤੋਂ ਪਹਿਲਾਂ ਲੱਗ ਗਏ। third example, in the third example there is no determiner। ਤੀਜੀ ਐਗਜ਼ਾਮਪਲ 'ਚ ਕੋਈ determiner ਨਹੀਂ ਹੈ। as determiners are optional for plural nouns and noun phrases। ਇਹ optional ਹੁੰਦੇ ਨੇ, ਯਾਨੀ ਤੁਹਾਡੀ ਮਰਜ਼ੀ ਹੈ, ਤੁਸੀਂ ਵਰਤ ਸਕਦੇ ਹੋ, ਤੁਹਾਡੀ ਮਰਜ਼ੀ ਹੈ, ਤੁਸੀਂ ਨਹੀਂ ਵੀ ਵਰਤ ਸਕਦੇ plural ਦੇ ਕੇਸ ਵਿੱਚ। ਠੀਕ ਹੈ, plural ਕੀ ਹੁੰਦਾ? yes, ਬਹੁਵਚਨ। ਇੱਥੇ ਮੈਟਲ ਕੈਨਸ ਬਹੁਵਚਨ ਸੀ ਨਾ, ਸੋ ਉਹਦੇ ਨਾਲ ਤੁਸੀਂ the ਲਗਾਉਣਾ ਜਾਂ ਨਹੀਂ ਲਗਾਉਣਾ ਇਹ optional ਹੈ, ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਨਹੀਂ ਵੀ ਲਗਾਓਗੇ ਤਾਂ ਵੀ ਠੀਕ ਹੈ। Fourth, in the fourth example, a determiner has been added to refer to the specific noun, the metal cans। ਹੁਣ ਇੱਕ specific noun ਕਿਹੜਾ? ਯਾਨੀ ਖਾਸ ਨਾਮ। ਓਕੇ, ਸੋ ਇੱਕ ਖਾਸ ਨਾਮ ਨੂੰ ਰੈਫਰ ਕਰਦਾ ਹੈ, ਯਾਨੀ ਉਹਦੇ ਨਾਲ ਸੰਬੰਧ ਰੱਖਦਾ ਹੈ। ਉਹ ਖਾਸ ਨਾਮ ਕਿਹੜਾ ਹੋਇਆ? metal cans, ਉਹਦੇ ਨਾਲ the ਲੱਗ ਗਿਆ। There are 4 different types of determiners in English: articles, demonstratives, quantifiers and possessives। ਚਾਰ ਤਰ੍ਹਾਂ ਦੇ determiners ਹੁੰਦੇ ਨੇ। ਇੱਕ ਤਾਂ ਹੁੰਦੇ articles, second ਕੀ ਹੁੰਦੇ ਨੇ? demonstratives, third quantifiers and fourth possessives। ਸੋ ਆਓ ਆਪਾਂ articles ਸਮਝੀਏ ਕਿ article ਕੀ ਹੁੰਦੇ ਨੇ। Articles are among the most common of the determiners। So article ਸਮਝਣ ਲਈ ਅਸੀਂ ਇਸ ਦੀਆਂ ਐਗਜ਼ਾਮਪਲਸ ਵੱਲ ਧਿਆਨ ਦੇਵਾਂਗੇ ਤਾਂ ਕਿ ਸਾਨੂੰ ਜਲਦੀ ਸਮਝ ਆ ਜਾਏ, ਕਿਉਂਕਿ ਜਦੋਂ ਅਸੀਂ ਪਹਿਲਾਂ ਰੂਲਸ ਸਮਝਣ ਲੱਗ ਜਾਂਦੇ ਆ, ਪੜ੍ਹਨ ਲੱਗ ਜਾਂਦੇ ਆ ਤੇ ਉਹ ਸਾਨੂੰ ਉਨਾ ਜ਼ਿਆਦਾ ਟਾਈਮ ਲੱਗ ਜਾਂਦਾ। ਆਪਾਂ ਸਿੱਧਾ ਇਹਦੇ ਐਗਜ਼ਾਮਪਲਸ ਚਾਹੁੰਦੇ ਆ। ਫਰਸਟ ਐਗਜ਼ਾਮਪਲ ਕੀ ਹੈ? A cat is a cute animal। ਸੈਕਿੰਡ ਕੀ ਹੈ? An eagle can see the ground from the sky। ਹੁਣ ਤਿੰਨਾਂ ਦਾ ਮਤਲਬ ਦੇਖੋ। a ਇੱਕ, an ਇੱਕ, the ਇੱਕ। ਠੀਕ, ਤਿੰਨਾਂ ਦਾ ਮਤਲਬ ਇੱਕ ਹੈ, ਪਰ ਇਹ ਇੱਕ ਲੱਗਦਾ ਕਿੱਥੇ ਹੈ? ਜੇ ਤਿੰਨਾਂ ਦਾ ਇੱਕੋ ਹੀ ਮਤਲਬ ਹੈ ਤਾਂ ਫਿਰ ਅਲੱਗ-ਅਲੱਗ ਸ਼ਬਦ ਕਿਉਂ? ਸੋ ਇਹਨਾਂ ਦੀ ਅਲੱਗ-ਅਲੱਗ ਪਲੇਸਮੈਂਟ ਕੀ ਹੈ, ਯੂਜ਼ਸ ਕੀ ਹੈ, ਇਹ ਆਪਾਂ ਸਮਝਾਂਗੇ। ਸਭ ਤੋਂ ਪਹਿਲਾਂ ਸਮਝਦੇ ਹਾਂ ਐਨ। ਓਕੇ, ਐਨ ਕਦੋਂ ਵਰਤਿਆ ਜਾਂਦਾ ਹੈ? ਸੋ ਜਿਹੜੇ ਇੰਗਲਿਸ਼ ਦੇ ਸ਼ਬਦ ਜੇ ਅਸੀਂ ਪੰਜਾਬੀ 'ਚ ਲਿਖਣੇ ਹੋਣ ਤਾਂ ਜੋ ਊੜਾ, ਐੜਾ ਤੇ ਈਡੀ ਨਾਲ ਸ਼ੁਰੂ ਹੁੰਦੇ ਹੋਣ, ਉਹਨਾਂ ਸਾਰਿਆਂ ਦੇ ਨਾਲ ਆਪਾਂ ਕੀ ਲਗਾਵਾਂਗੇ? ਐਨ। ਓਕੇ, ਜਿਵੇਂ ਸੈਕਿੰਡ ਐਗਜ਼ਾਮਪਲਸ ਦੇਖੋ, ਐਨ ਈਗਲ, ਈਡੀ ਨਾਲ ਸ਼ੁਰੂ ਹੈ ਨਾ ਈਗਲ, ਸੋ ਐਨ ਲੱਗ ਗਿਆ। ਐਨ ਆਉਲ,
ਆਉਲ, ਠੀਕ ਹੈ, ਆ ਦੇ ਨਾਲ ਸ਼ੁਰੂ ਹੋਇਆ। ਕਈ ਸ਼ਬਦਾਂ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ 'ਚ ਪਹਿਲਾ ਅੱਖਰ ਸਾਇਲੈਂਟ ਹੁੰਦਾ ਤੇ ਸਾਇਲੈਂਟ ਤੋਂ ਬਾਅਦ ਆਵਾਜ਼ ਆ ਰਹੀ ਹੁੰਦੀ ਹੈ ਊੜਾ, ਐੜਾ ਜਾਂ ਈੜੀ ਦੀ, ਉਹਦੇ ਨਾਲ ਵੀ ਐਨ ਲੱਗ ਜਾਏਗਾ। ਜਿਸ ਤਰ੍ਹਾਂ ਐਨ ਆਨਰ, ਠੀਕ, ਆਨਰ ਦੇ ਸਪੈਲਿੰਗ ਕੀ ਹੁੰਦੇ ਨੇ HONOUR, ਪਰ H ਸਾਇਲੈਂਟ ਹੈ ਇਸ ਕਰਕੇ ਆਨਰ, ਊੜੇ ਦੀ ਆਵਾਜ਼ ਆਈ ਸੋ ਇੱਥੇ ਐਨ ਲੱਗਿਆ। ਐਨ ਆਰ, HOUR, H ਸਾਇਲੈਂਟ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਜੋ ਅਸੀਂ ਬੋਲਣ ਵੇਲੇ ਜੇ ਊੜਾ, ਐੜਾ ਤੇ ਈੜੀ ਦੀ ਆਵਾਜ਼ ਆਵੇ ਤਾਂ ਉਸ ਸ਼ਬਦ ਦੇ ਨਾਲ ਅਸੀਂ ਐਨ ਲਗਾ ਦਿੰਦੇ ਹਾਂ। ਹੁਣ ਬਾਕੀ ਦੋ ਕਿਹੜੇ ਰਹਿ ਗਏ, ਅ ਤੇ ਦ। ਅ ਲੱਗੇਗਾ ਜਦੋਂ ਅਸੀਂ ਕੋਈ ਆਮ ਚੀਜ਼ ਦੀ ਗੱਲ ਕਰ ਰਹੇ ਹਾਂ ਤੇ ਦ ਲੱਗੇਗਾ ਜਦੋਂ ਅਸੀਂ ਕਿਸੇ ਖਾਸ ਚੀਜ਼ ਦੀ ਗੱਲ ਕਰ ਰਹੇ ਹਾਂ। ਮੰਨ ਲਓ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ, ਮੈਂ ਸੁਣਾ ਰਿਹਾ ਕਿ once there was a crow, ਇੱਕ ਕਾਂ ਸੀ, ਓਕੇ। ਹੁਣ ਕੋਈ ਵੀ ਕਾਂ ਸੀ, ਹੁਣ ਮੈਂ ਇੱਕ ਨਾਮ ਦਿੱਤਾ ਅ ਕਰੋ, ਹਜੇ ਤੱਕ ਉਹ ਕਾਂ ਸਪੈਸ਼ਲ ਨਹੀਂ ਹੋਇਆ, ਪਰ ਹੁਣ ਮੈਂ ਜਿਹੜੀ ਵੀ ਗੱਲ ਕਰਾਂਗਾ ਉਸੇ ਕਾਂ ਦੀ ਗੱਲ ਕਰਾਂਗਾ ਜਿਹੜੇ ਕਾਂ ਬਾਰੇ ਮੈਂ ਸਟੋਰੀ ਸੁਣਾਉਣੀ ਸ਼ੁਰੂ ਕੀਤੀ ਹੈ। ਸੋ ਮੈਂ ਅ ਕਰੋ ਨਹੀਂ ਬੋਲਾਂਗਾ, ਮੈਂ ਬੋਲਾਂਗਾ ਫਿਰ ਦ ਕਰੋ। ਸਟਾਰਟਿੰਗ ਕਿੱਦਾਂ ਕੀਤੀ, once there was a crow, ਫਿਰ ਮੈਂ ਕਹਾਂਗਾ the crow was very thirsty। ਇਸੇ ਤਰ੍ਹਾਂ ਜੇ ਮੈਂ ਕਿਹਾ he found a jug, ਹੁਣ ਅ ਜੱਗ ਬੋਲਿਆ, ਹੁਣ ਕੋਈ ਵੀ ਜੱਗ ਉਹਨੂੰ ਮਿਲਿਆ, ਪਰ ਹੁਣ ਜੇ ਮੈਂ ਉਸੇ ਜੱਗ ਦੀ ਗੱਲ ਕਰਨੀ ਹੈ ਵੀ ਉਸ ਜੱਗ ਵਿੱਚ ਪਾਣੀ ਥੋੜਾ ਸੀ ਤਾਂ ਮੈਂ ਕਹਾਂਗਾ there was a little water in the jug, ਠੀਕ ਹੈ। ਹੁਣ ਮੈਂ ਦ ਲਗਾਤਾ ਤਾਂ ਮਤਲਬ ਹੁਣ ਮੈਂ ਸਪੈਸ਼ਲ ਜੱਗ ਦੀ ਗੱਲ ਕਰ ਰਿਹਾ। ਸੋ ਇੱਕ ਅਸੀਂ ਬੁੱਕ ਦੇ ਤਰੀਕੇ ਨਾਲ ਵੀ ਦੇਖਦੇ ਹਾਂ ਕਿ ਬੁੱਕ ਵਿੱਚ ਕਿਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ 'ਚ ਐਗਜ਼ਾਮਪਲਸ ਦਿੱਤੀਆਂ, ਕਹਿੰਦੇ ਅ ਕਿਹਦੇ ਨਾਲ ਲੱਗਦਾ ਹੈ ਜਦੋਂ ਆਵਾਜ਼ ਕੌਨਸੋਨੈਂਟ ਸਾਊਂਡ ਦੀ ਆ ਰਹੀ ਹੋਵੇ। ਕੌਨਸੋਨੈਂਟ ਸਾਊਂਡ ਕਿਹੜੇ ਹੁੰਦੇ ਨੇ, AEIOU ਤੋਂ ਬਿਨਾ ਸਾਰੇ ਸਾਊਂਡ ਕਿਹੜੇ ਨੇ, ਕੌਨਸੋਨੈਂਟ, ਤੇ AEIOU ਕਿਹੜੇ ਨੇ, ਵਾਵਲ ਸਾਊਂਡ। ਸੋ ਆਓ ਆਪਾਂ ਦੇਖਦੇ ਹਾਂ ਕੌਨਸੋਨੈਂਟ ਸਾਊਂਡ ਨਾਲ ਕੀ ਲੱਗਿਆ, ਅ ਕੈਟ, ਅ ਪੈਨ, ਅ ਯੂਰੋਪੀਅਨ, ਅ ਕਾਉ, ਅ ਹੈਨ। ਹੁਣ ਤੁਸੀਂ ਕਹੋਗੇ ਸਰ ਤੁਸੀਂ ਤਾਂ ਕਿਹਾ ਸੀ AEIOU, ਪਰ ਆਪਾਂ ਸਾਊਂਡ ਦੇਖਣੀ ਹੈ, ਆਵਾਜ਼। ਈ ਦੀ ਆਵਾਜ਼ ਇਹਦੇ ਚ ਆ ਰਹੀ ਹੈ, ਨਹੀਂ, ਇਹਦੇ ਚ ਆਵਾਜ਼ ਕਰ ਰਹੀ ਹੈ य ਦੀ, ਯੂਰੋਪੀਅਨ। ਸੋ ਜਿਹਦੇ ਚ ਸਾਊਂਡ ਆਵੇ AEIO, ਹੁਣ ਜਿਹੜਾ ਯੂ ਹੈ ਉਹ ਜ਼ਿਆਦਾਤਰ ਸਾਊਂਡ ਯੂ ਦੀ ਨਹੀਂ ਕਰਦਾ, ਅ ਦੀ ਕਰਦਾ, ਜਿੱਦਾਂ ਅਸ, ਅੰਬ੍ਰੇਲਾ। ਸੋ ਜੇ ਅੰਬ੍ਰੇਲਾ ਕਹਿਣਾ ਹੋਵੇ ਤਾਂ ਐਨ ਅੰਬ੍ਰੇਲਾ ਆਏਗਾ। ਸੈਕਿੰਡ ਹੈ ਕਿ ਐਨ ਕਿਹਦੇ ਨਾਲ ਲੱਗਣਾ, ਉਹ ਕਹਿੰਦਾ ਵਾਵਲ ਸਾਊਂਡ ਦੇ ਨਾਲ, ਐਨ ਐਪਲ, ਐਨ ਓਨੈਸਟ ਮੈਨ, ਐਨ ਅੰਬ੍ਰੇਲਾ, ਐਨ ਆਰ, ਐਨ ਐਗ, ਓਕੇ। ਸੋ ਦ ਕਿਹਦੇ ਨਾਲ ਕਿਹਾ ਸੀ ਜਦੋਂ ਕਿਸੇ ਖਾਸ ਚੀਜ਼ ਬਾਰੇ ਗੱਲ ਕਰਨੀ ਹੈ। He went to the best restaurant in the city. The kitten is mewing too loudly, ਕਿ ਬਿੱਲੀ ਦਾ ਬੱਚਾ ਯਾਨੀ ਬਲੂੰਗੜਾ ਬਹੁਤ ਉੱਚੀ ਉੱਚੀ ਮਿਆਉ ਮਿਆਉ ਕਰ ਰਿਹਾ ਹੈ। ਹੁਣ ਇੱਥੇ ਵੀ ਦੇਖੋ ਉਹੀ ਗੱਲ ਕੀਤੀ ਨਾ ਇੰਗਲਿਸ਼ ਵਿੱਚ, ਇਹਨਾਂ ਨੇ ਕਿਹਾ here the speaker is talking about, ਇੱਥੇ ਬੋਲਣ ਵਾਲਾ ਗੱਲ ਕਰ ਰਿਹਾ ਕਿਹਦੇ ਬਾਰੇ ਵਿੱਚ, ਅ ਪਾਰਟਿਕੂਲਰ ਕਿਟਨ, ਪਾਰਟਿਕੂਲਰ ਹੁੰਦਾ ਖਾਸ, ਇੱਕ ਖਾਸ ਕਿਟਨ ਬਾਰੇ ਗੱਲ ਕਰ ਰਿਹਾ, ਐਂਡ ਅ ਪਾਰਟਿਕੂਲਰ ਰੈਸਟੋਰੈਂਟ, ਅਤੇ ਇੱਕ ਖਾਸ ਰੈਸਟੋਰੈਂਟ ਬਾਰੇ ਗੱਲ ਕਰ ਰਿਹਾ, ਇਸ ਕਰਕੇ ਕੀ ਨਾਲ ਲੱਗੇਗਾ, the, okay. Now come to the activity 7th. In the following sentences choose one of the three options and put a tick on the right one. ਹੁਣ ਨੀਚੇ ਸੈਂਟੈਂਸਸ ਦਿੱਤੇ ਹੋਏ ਨੇ ਤੇ ਇਹਨਾਂ 'ਚ ਆਪਾਂ ਤਿੰਨ ਆਪਸ਼ਨ ਵਿੱਚੋਂ ਇੱਕ ਚੁਣਨਾ ਹੈ। ਤਿੰਨ ਆਪਸ਼ਨਸ ਕਿਹੜੀਆਂ, a and the। I have dash good idea, ਐਨ ਲੱਗੇਗਾ ਨਹੀਂ, ਹੈ ਨਾ, ਕਿਉਂਕਿ ਗ ਦੀ ਆਵਾਜ਼ ਆ ਰਹੀ ਹੈ ਇਸ ਕਰਕੇ ਐਨ ਤਾਂ ਨਹੀਂ ਲੱਗੇਗਾ। ਦ ਗੁੱਡ ਕੋਈ ਸਪੈਸ਼ਲ ਚੀਜ਼ ਨਹੀਂ, ਹੈ ਨਾ, ਗੁੱਡ ਆਈਡੀਆ ਕੋਈ ਸਪੈਸ਼ਲ ਚੀਜ਼ ਨਹੀਂ ਹੈ। ਸੋ ਆਈ ਹੈਵ ਅ ਗੁੱਡ ਆਈਡੀਆ। ਸੈਕਿੰਡ, that is dash interesting toy, ਸੋ ਈ ਦੀ ਆਵਾਜ਼ ਆ ਗਈ, ਹੈ ਨਾ, ਈ ਕੀ ਲੱਗੂਗਾ, ਐਨ, that is an interesting toy। Third, I have kept the bag in the cupboard, ਮੈਂ cupboard ਵਿੱਚ ਬੈਗ ਰੱਖਿਆ। Fourth, do the Sharmas have dash blue car, do the Sharmas have a blue car? Fifth, the water in dash river is dirty, the water in the river is dirty, he had a piece of chocolate। Seventh, I like to eat an egg every day। Eighth, she has a good habit of brushing her teeth twice a day। Ninth, Raghav likes to walk in the rain। 10th, Radha plays the game of chess every day।
ਡੈਮੋਨਸਟ੍ਰੇਟਿਵ ਐਡਜੈਕਟਿਵਸ ਕਿਹੜੇ ਹੁੰਦੇ ਨੇ? ਮੰਨ ਲਓ ਮੇਰੇ ਹੱਥ 'ਚ ਪੈਨ ਹੈ, ਮੈਂ ਕਹਾਂ ਪੈਨ ਕਿਸ ਦਾ? ਤੁਸੀਂ ਕਹੋਗੇ ਮੇਰਾ, ਤੇਰਾ, ਇੱਕ ਪੈਨ, ਲਾਲ ਪੈਨ, ਇਹ ਪੈਨ, ਉਹ ਪੈਨ, ਉਹਦੇ ਪੈਨ, ਹਨਾ। ਸੋ ਕਿੰਨੀਆਂ ਚੀਜ਼ਾਂ ਤੁਸੀਂ ਉਹਦੇ ਵੱਲ ਡੈਮੋਨਸਟ੍ਰੇਟ ਕਰੋਗੇ ਵੀ ਹਾਂ ਇਹ ਪੈਨ ਇਸ ਤਰ੍ਹਾਂ ਦਾ ਹੈ। ਸੋ ਜਿਹੜੇ ਸ਼ਬਦ ਇਹ ਸਾਰੀਆਂ ਚੀਜ਼ਾਂ ਦੱਸਣ ਪੈਨ ਬਾਰੇ, ਉਹ ਕਿਹੜੇ ਐਡਜੈਕਟਿਵਸ ਹੋ ਜਾਣਗੇ? ਡੈਮੋਨਸਟ੍ਰੇਟਿਵ ਐਡਜੈਕਟਿਵਸ। ਐਗਜ਼ਾਮਪਲਸ ਕਰੀਏ, ਡੂ ਯੂ ਵਾਂਟ ਦਿਸ ਪੀਸ ਆਫ ਕੇਕ? ਕੀ ਤੈਨੂੰ ਇਹ ਕੇਕ ਦਾ ਪੀਸ ਚਾਹੀਦਾ ਹੈ? ਸੋ ਇੱਥੇ ਕੀ ਹੋ ਗਿਆ? ਇਹ ਯਾਨੀ ਦਿਸ, ਇਹ ਕੀ ਹੋ ਗਿਆ? ਡੈਮੋਨਸਟ੍ਰੇਟਿਵ ਐਡਜੈਕਟਿਵ। ਸੈਕਿੰਡ, ਆਈ ਡੋਂਟ ਵਾਂਟ ਟੂ ਵਾਚ दैट मूवी, ਮੈਂ ਨਹੀਂ ਦੇਖਣਾ ਚਾਹੁੰਦਾ ਉਹ ਵਾਲੀ ਫਿਲਮ, ਮੂਵੀ। ਥਰਡ, these black grapes are sour, ਕਿ ਜਿਹੜੇ ਆਹ ਵਾਲੇ ਬਲੈਕ ਗ੍ਰੇਪਸ ਹਨ ਉਹ ਸੋਰ ਹਨ ਯਾਨੀ ਖੱਟੇ ਹਨ। Fourth, he wanted to hire those boys for the job, ਉਹ ਉਹਨਾਂ ਲੜਕਿਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦਾ ਸੀ। ਸੋ ਇਹਦੇ ਵਿੱਚ ਕੀ ਹੋ ਗਿਆ? this, these। ਸੋ ਜਿਹੜੀਆਂ ਨੇੜੇ ਚੀਜ਼ਾਂ ਹੁੰਦੀਆਂ ਉਹਨਾਂ ਵਾਸਤੇ ਅਸੀਂ ਵਰਤਦੇ ਹਾਂ this, these। ਦੂਰ ਵਾਸਤੇ ਕੀ ਵਰਤਦੇ ਹਾਂ? that, those। ਓਕੇ, this ਤੇ that ਸਿੰਗੂਲਰ ਨੇ ਤੇ these ਤੇ those ਪਲੂਰਲ। ਐਕਟੀਵਿਟੀ 8, let us help Richard describe his office। ਹੁਣ ਦੇਖੋ ਆਫਿਸ ਵਿੱਚ ਬੈਠਾ ਕੌਣ ਹੈ? ਰਿਚਰਡ। ਆਪਾਂ ਹੁਣ ਉਹਦੀ ਹੈਲਪ ਕਰਨੀ ਹੈ ਤਾਂ ਕਿ ਉਹ ਆਪਣੇ ਆਫਿਸ ਨੂੰ ਡਿਸਕ੍ਰਾਈਬ ਕਰ ਸਕੇ, ਵਰਣਨ ਕਰ ਸਕੇ। ਹੁਣ ਰਿਚਰਡ ਬੋਲੇਗਾ ਤੇ ਰਿਚਰਡ ਦੱਸੇਗਾ ਕਿ ਉਹਦੇ ਨੇੜੇ ਕਿਹੜੀਆਂ ਚੀਜ਼ਾਂ ਹਨ ਤੇ ਉਹਦੇ ਦੂਰ ਕਿਹੜੀਆਂ ਹਨ। ਰਿਚਰਡ ਤੇ ਜੋ ਨੇੜੇ ਚੀਜ਼ ਹੋਏਗੀ ਉਹ ਹੋਏਗੀ this, ਜਿਹੜੀ ਦੂਰ ਹੋਏਗੀ ਉਹਦੇ ਵਾਸਤੇ ਕੀ ਵਰਤਿਆ ਜਾਊਗਾ? that। ਤੇ ਜਿਹੜੀਆਂ ਚੀਜ਼ਾਂ ਨੇੜੇ ਪਈਆਂ ਹੋਣਗੀਆਂ ਉਹ these, ਜਿਹੜੀਆਂ ਉਸ ਤੋਂ ਦੂਰ ਪਈਆਂ ਹੋਣਗੀਆਂ ਉਹਦੇ ਵਾਸਤੇ those। ਓਕੇ, ਸੋ ਫਸਟ ਤੋਂ ਸ਼ੁਰੂ ਕਰਦੇ ਹਾਂ। this laptop is new, ਹੁਣ ਰਿਚਰਡ ਦੇ ਨੇੜੇ ਪਿਆ ਲੈਪਟਾਪ, ਉਹਦੇ ਵਾਸਤੇ ਉਹਨੇ ਕੀ ਵਰਤ ਲਿਆ? this। ਸੈਕਿੰਡ, dash wooden cabinet is for his paper, ਹੁਣ ਦੇਖੋ wooden cabinet ਉਹਦੀ ਬੈਕ ਸਾਈਡ ਤੇ ਪਈ ਹੈ ਨਾ, ਉਸ ਤੋਂ ਦੂਰ ਹੈ। so that wooden cabinet is for his papers। third, dash books are about business, books ਉਹਦੇ ਨੇੜੇ ਪਈਆਂ ਨਹੀਂ, ਹਨਾ, ਤੇ ਜ਼ਿਆਦੀਆਂ ਨੇ। those books are about business। fourth, dash computer is also new, computer ਤਾਂ ਉਹਦੇ ਨੇੜੇ ਪਿਆ। ਓਕੇ, this computer is also new। fifth, dash dustbin is very good, that। dash curtains are very old, those curtains। seventh, dash plant is beautiful, that plant। dash wooden horses are nice, ਹੁਣ wooden horses ਕਿੱਥੇ ਪਏ ਨੇ? ਉਹਦੇ ਬਿਲਕੁਲ ਬੈਕ ਤੇ ਜ਼ਿਆਦਾ ਨੇ those। 9, cage does not have a real bird, ਜਿਹੜਾ ਪਿੰਜਰਾ ਪਿਆ ਉਹਦੇ ਵਿੱਚ ਅਸਲੀ ਬਰਡ ਨਹੀਂ ਹੈ, ਉਸ ਤੋਂ ਦੂਰ ਹੈ ਕਿ ਨੇੜੇ? ਦੂਰ। ਸੋ ਉੱਥੇ ਕੀ ਆਏਗਾ? that cage। 10th, dash drawers need repair, ਸੋ ਕੀ ਆਏਗਾ? those drawers need repair। ਕੁਆਂਟੀਫਾਇਰਸ ਕਿਹੜੇ ਹੁੰਦੇ ਨੇ? ਸੋ ਕੁਆਂਟੀਟੀ ਕੀ ਹੁੰਦੀ ਹੈ? ਗਿਣਤੀ, ਮਿਣਤੀ। ਓਕੇ, ਸੋ ਆਪਾਂ ਦੇਖਾਂਗੇ ਜਿਹੜੇ ਸ਼ਬਦ ਕਿਸੇ ਗਿਣਤੀ ਨੂੰ ਡਿਪਿਕਟ ਕਰਦੇ ਹੋਣ, ਗਿਣਤੀ ਬਾਰੇ ਦੱਸਦੇ ਹੋਣ, ਉਹਨੂੰ ਆਪਾਂ ਕਿਹੜੇ ਐਡਜੈਕਟਿਵ ਕਹਾਂਗੇ ਕਿ ਉਹ ਕੁਆਂਟੀਫਾਇਰ ਐਡਜੈਕਟਿਵਸ ਨੇ। ਸੋ ਫਸਟ ਐਗਜ਼ਾਮਪਲ ਕੀ ਹੈ? she read all the books, ਇੱਥੇ ਕਿਹੜੀ ਫਾਰਮ ਲੱਗੀ ਹੋਈ ਹੈ? ਫਰਸਟ, ਸੈਕਿੰਡ ਕਿ ਥਰਡ? ਸੈਕਿੰਡ। ਕਿੱਦਾਂ ਪਤਾ ਚੱਲਿਆ? ਕਿਉਂਕਿ ਜੇ ਫਰਸਟ ਫਾਰਮ ਹੁੰਦੀ ਇਹਦੇ ਨਾਲ ਐਸ ਲੱਗਿਆ ਹੋਣਾ ਸੀ। ਓਕੇ, ਇਹਦੇ ਨਾਲ ਐਸ ਨਹੀਂ ਲੱਗਿਆ, ਇਸ ਕਰਕੇ ਇਹ ਕਿਹੜੀ ਫਾਰਮ ਹੈ? ਸੈਕਿੰਡ। ਤੇ ਜੇ ਸੈਕਿੰਡ ਫਾਰਮ ਹੈ ਆਪਾਂ ਇਹਨੂੰ ਪੜਾਂਗੇ she read, ਇਹਨੂੰ ਰੀਡ ਨਹੀਂ ਪੜਨਾ, ਠੀਕ। she read all the books, ਉਸਨੇ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਹੁਣ ਕਿਹੜਾ ਸ਼ਬਦ ਹੈ ਜਿਹੜਾ ਕਿਸੇ ਗਿਣਤੀ ਨੂੰ ਦੱਸ ਰਿਹਾ? all, ਠੀਕ ਹੈ। all ਕੀ ਹੋਇਆ? ਕੁਆਂਟੀਫਾਇਰ ਹੋ ਗਿਆ। ਸੈਕਿੰਡ, she liked all the sweets equally, ਉਸ ਨੂੰ ਸਾਰੀਆਂ ਮਠਿਆਈਆਂ ਬਰਾਬਰ ਪਸੰਦ ਆਈਆਂ। ਥਰਡ, a few children like beans, ਕੁਝ ਹੀ ਬੱਚੇ ਹਨ ਜੋ ਬੀਨਸ ਪਸੰਦ ਕਰਦੇ ਹਨ। ਸੋ ਦਾ ਸਕੂਲ ਕੈਂਟੀਨ ਸਟਾਪਡ ਸਰਵਿੰਗ ਬੀਨਸ ਟੂ them, ਸੋ ਇਸ ਕਰਕੇ ਸਕੂਲ ਦੀ ਕੰਟੀਨ ਨੇ ਉਹਨਾਂ ਨੂੰ ਬੀਨਸ ਸਰਵ ਕਰਨੇ ਦੇਣੇ ਬੰਦ ਕਰ ਦਿੱਤੇ। a few ਯਾਨੀ ਕੁਝ, ਠੀਕ ਹੈ। ਸੋ ਬੱਚਿਆਂ ਦੀ ਗਿਣਤੀ ਮਿੰਤੀ ਨੂੰ ਕਿਹੜਾ ਸ਼ਬਦ ਦਿਖਾ ਰਿਹਾ? a few। ਸੋ a few ਕੀ ਹੋ ਗਿਆ? ਕੁਆਂਟੀਫਾਇਰ। fourth, many kittens are taught to hunt by their mothers, ਬਹੁਤ ਸਾਰੇ ਬਲੂੰਗੜਿਆਂ ਨੂੰ ਉਹਨਾਂ ਦੀਆਂ ਮਾਵਾਂ ਸ਼ਿਕਾਰ ਕਰਨਾ ਸਿਖਾਉਂਦੀਆਂ ਹਨ। ਓਕੇ, ਸੋ ਕੁਆਂਟੀਟੀ ਕਿਹੜਾ ਸ਼ਬਦ ਦੱਸ ਰਿਹਾ? many। ਐਕਟੀਵਿਟੀ 9, in the following sentences choose one of the options and put a tick on the right
ਨੀਚੇ ਆਪਸ਼ਨ ਦਿੱਤੇ ਹੋਏ ਨੇ ਤੇ ਜਿਹੜਾ ਤੁਹਾਨੂੰ ਠੀਕ ਲੱਗਦਾ ਉੱਥੇ ਟਿਕ ਲਗਾ ਦਿਓ। ਫਰਸਟ, देयर आर ओनली a few bananas left in the box. Second, we need a little butter for this cake. Third, there are only a few days left to give the reports. Fourth, I bought a few apples from his shop. Fifth, how many people live in your city? Sixth, dash water is there in the sea. How much water is there in the sea? Seventh, we need some bananas. Eighth, you can't buy any oranges in this shop. Ninth, there is a bus every 2 hours. We enjoyed every minute of our holidays. Next, possessive adjectives. ਹੁਣ possessive ਕੀ ਹੁੰਦਾ? ਕਬਜ਼ਾ। ਜਿਹੜੇ ਸ਼ਬਦ ਕਿਸੇ ਚੀਜ਼ ਤੇ ਸਾਡਾ ਕਬਜ਼ਾ ਸ਼ੋ ਕਰਨ ਕਿ ਇਹ ਚੀਜ਼ ਮੇਰੀ ਹੈ, ਇਹ ਚੀਜ਼ ਉਹਦੀ ਹੈ, ਇਹ ਉਹਨਾਂ ਦੀ ਹੈ, ਉਹ ਤੇਰੀ ਹੈ, ਓਕੇ, ਉਸ ਕੁੜੀ ਦੀ, ਉਸ ਮੁੰਡੇ ਦੀ, ਉਹਨਾਂ ਨੂੰ ਆਪਾਂ ਕੀ ਕਹਾਂਗੇ? possessive adjectives. Examples ਪੜ੍ਹਦੇ ਹਾਂ। Number 1, where is your mother? Okay, so mother ਕਿਹਦੀ ਮਦਰ? ਤੇਰੀ। ਸੋ ਤੇਰੀ ਕੀ ਹੋ ਗਿਆ? possessive adjective. ਸੋ ਮਦਰਸ ਤਾਂ ਕਈ ਨੇ, ਓਕੇ, ਸੋ ਆਪਾਂ ਜੇ ਕਿਸੇ ਮਦਰ ਦੇ ਨਾਲ ਇਸ ਤਰ੍ਹਾਂ ਦਾ ਵਿਸ਼ੇਸ਼ਣ ਲਗਾ ਦਾਂਗੇ ਤੇ ਉਹ ਫਿਰ ਖਾਸ ਹੋ ਜਾਏਗੀ। ਸੋ ਉਹ ਸ਼ਬਦ ਨੂੰ ਆਪਾਂ ਕਹਾਂਗੇ possessive adjectives. where is your mother? Second, the dog growled and showed its teeth. ਕੁੱਤਾ ਗੁर्राया ਤੇ ਉਸਨੇ ਆਪਣੇ ਦੰਦ ਦਿਖਾਏ। its है ना, अपने। Third, my best friend loves cats. My. Which one is his car? His. Speaking the truth is her best quality. Her. ਇਹ ਸਾਰੇ ਕੀ ਨੇ? possessive. ਸੋ ਭਾਵ ਕਿਸੇ ਨਾ ਕਿਸੇ ਚੀਜ਼ ਤੇ ਆਪਣਾ ਕਬਜ਼ਾ ਸ਼ੋ ਕਰ ਰਹੇ ਨੇ। Sixth, in the autumn season trees shed their leaves. ਰੁੱਖ ਆਪਣੇ ਪੱਤੇ ਗਿਰਾ ਦਿੰਦੇ ਹਨ। ਠੀਕ ਹੈ, ਸੋ shed ਦਾ ਮਤਲਬ ਗਿਰਾ ਦੇਣਾ, their ਯਾਨੀ ਆਪਣੇ। Seventh, it's our house. ਇਹ ਸਾਡਾ ਘਰ ਹੈ। Okay, so our ਇਹਦੇ ਕੀ ਹੋ ਗਿਆ? possessive adjective. So ਇਹ ਕੀ ਹੋ ਗਿਆ? determiners. Activity 10, complete the following letter written by Ashok to Deepak. Fill in the correct possessive adjectives. So ਅਸੀਂ ਇੱਕ ਲੈਟਰ ਕੰਪਲੀਟ ਕਰਦੇ ਹਾਂ ਜਿਹਦੇ ਅਸੀਂ possessive adjective ਲਗਾਵਾਂਗੇ ਤੇ ਉਹਨੂੰ ਕੰਪਲੀਟ ਕਰਾਂਗੇ। Hello Deepak, my name is Ashok. This is my friend Satish. He is 13 years old. His sister is 9. ਉਸ ਦੀ ਸਿਸਟਰ 9 ਸਾਲ ਦੀ ਹੈ। They have got a pet. ਉਹਨਾਂ ਨੇ ਇੱਕ ਪਾਲਤੂ ਜਾਨਵਰ ਲਿਆ ਹੈ। His pet is a dog. So its name is Caesar. So ਜਦੋਂ ਆਪਾਂ ਕਿਸੇ ਡੌਗ ਬਾਰੇ ਲਿਖਾਂਗੇ ਤਾਂ ਉਹਦੇ ਨਾਲ ਕੀ ਲਗਾਵਾਂਗੇ? Its. ITS. Its name is Caesar. Satish and I go to the same school. There are 600 boys and girls in our school. ਸਾਡੇ ਸਕੂਲ ਵਿੱਚ। Satish's class teacher's name is Mrs. Sharma. She has got a pet too. ਉਹਨਾਂ ਨੇ ਵੀ ਪਾਲਤੂ ਜਾਨਵਰ ਲਿਆ ਹੈ। Her pet is a cat. ਹਰ ਕਿਉਂ ਆਇਆ? ਕਿਉਂਕਿ ਮੈਡਮ ਬਾਰੇ ਹੁਣ ਗੱਲ ਹੋ ਰਹੀ ਜੋ ਉਹਨਾਂ ਦੀ ਟੀਚਰ ਹੈ, ਇਸ ਕਰਕੇ ਜਦੋਂ ਆਪਾਂ ਕਹਾਂਗੇ ਕਿ ਉਹਨਾਂ ਦਾ ਜਿਹੜਾ ਪੈਟ ਹੈ ਉਹ ਕੈਟ ਹੈ ਤੇ ਫਿਰ ਆਪਾਂ ਕੀ ਲਾਵਾਂਗੇ? ਹਰ। ਓਕੇ, ਜੇ ਲੜਕਾ ਹੁੰਦਾ ਤੇ ਹੀ ਦਾ ਫਿਰ ਕੀ ਆਣਾ ਸੀ? his pet is a cat. ਪਰ ਹੁਣ ਇੱਥੇ ਲੜਕੀ ਹੈ, ਮੈਡਮ ਹੈ, ਆਪਾਂ ਕੀ ਲਾਵਾਂਗੇ? her pet is a cat. Our class teacher is Mr. Gupta. ਹੁਣ ਮਿਸਟਰ ਗੁਪਤਾ ਬਾਰੇ ਗੱਲ ਹੋ ਰਹੀ। ਓਕੇ, ਸਾਡੇ ਕਲਾਸ ਦੇ ਟੀਚਰ ਕੌਣ ਹਨ? ਮਿਸਟਰ ਗੁਪਤਾ। I like his lessons. He has 3 dogs. ਉਹਨਾਂ ਕੋਲ 3 ਕੁੱਤੇ ਹਨ। The dogs love to play in his garden. Now I have a question for you. ਹੁਣ ਮੇਰੇ ਕੋਲ ਤੇਰੇ ਲਈ ਇੱਕ ਕੁਐਸਚਨ ਹੈ। What is your pet? ਤੇਰਾ ਪੈਟ ਕੀ ਹੈ? yours ਅਸ਼ੋਕ, ਤੁਹਾਡਾ ਅਸ਼ੋਕ। ਸੋ ਇਹ ਸਾਰੇ ਡਿਟਰਮੀਨਰਸ ਆਪਾਂ ਕਰਨ ਤੋਂ ਬਾਅਦ 6 ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਉਹ ਕਿਹੜੀਆਂ ਨੇ? ਫਸਟ, determiners always come first in the noun phrase. determiners ਹਰ ਵਾਰ ਕਿੱਥੇ ਆਉਂਦੇ ਨੇ? nouns ਤੋਂ ਪਹਿਲਾਂ ਆਉਂਦੇ ਨੇ। second, determiners are must with singular nouns. singular noun ਦੇ ਨਾਲ ਹਮੇਸ਼ਾ ਆਉਂਦੇ ਨੇ। to speak about a general singular noun use an indefinite article a or an. ਆਮ ਨਾਮ ਦੇ ਨਾਲ ਆਪਾਂ a ਤੇ an use ਕਰਦੇ ਹਾਂ।
to speak about a general plural noun do not use a determiner ਜੇ plural noun ਹੋਵੇ ਯਾਨੀ ਬਹੁਵਚਨ ਹੋਵੇ ਤੇ ਉਹ ਆਮ ਹੋਣ ਉਹਨਾਂ ਦੇ ਨਾਲ ਕੋਈ ਵੀ determiner ਲਾਉਣ ਦੀ ਲੋੜ ਨਹੀਂ ਹੈ। Fifth, to speak about a particular singular noun ਕਿਸੇ ਖਾਸ ਇੱਕ ਵਚਨ ਨਾਉਨ ਲਈ ਆਪਾਂ ਕੀ ਵਰਤਦੇ ਹਾਂ use a definite article definite article ਵਰਤੋ ਯਾਨੀ the ਓਕੇ ਹੋਰ ਕੀ ਵਰਤੋ demonstrative adjective ਵੀ ਵਰਤ ਸਕਦੇ ਹਾਂ ਓਕੇ demonstrative adjective ਯਾਨੀ ਇਹ ਉਹ ਠੀਕ ਹੈ ਸੋ ਇਹ ਕੀ ਹੋ ਗਿਆ demonstrative adjective possessive adjectives ਵੀ ਉਹਦੇ ਨਾਲ ਵਰਤ ਸਕਦੇ ਹਾਂ ਖਾਸ ਸਿੰਗੂਲਰ ਨਾਉਨ ਦੇ ਨਾਲ possessive ਕਿਹੜੇ ਹੁੰਦੇ ਨੇ ਮੇਰਾ ਤੇਰਾ ਉਹਦਾ quantifier ਵੀ ਵਰਤ ਸਕਦੇ ਹਾਂ बहुत सारे पेन थोड़े बच्चे सो एक ही हो गए क्वांटिफायर। 6 टू स्पीक अबाउट अ पर्टिकुलर प्लूरल नाउन हुण जे खास प्लूरल नाउन बारे गल करनी होवे बहुवचन नाउन बारे गल करनी होवे तो उत्थे किहड़े वरत सकदे आ उत्थे वरत सकदे आ डेफिनेट आर्टिकल यानी द वरत सकदे आ डेमोनस्ट्रेटिव एडजेक्टिव वरत सकदे आ possessive adjective वरत सकदे आ ते quantifier adjective वरत सकदे हां। नेक्स्ट लर्निंग टू लिसन एक्टिविटी 11 योर टीचर विल स्पीक 5 words you will listen to him her carefully and write the words in the space provided thereafter you will write 3 rhyming words for each in the space given under each word an example is given ਤੁਹਾਡੇ ਟੀਚਰ 5 ਸ਼ਬਦ ਬੋਲਣਗੇ ਸੋ 5 ਸ਼ਬਦਾਂ ਨੂੰ ਤੁਸੀਂ ਲਿਖਣਾ ਹੈ ਤੇ 5 ਸ਼ਬਦਾਂ ਦੇ ਤੁਸੀਂ 3 ਰਾਈਮਿੰਗ ਵਰਡਸ ਬਣਾਉਣੇ ਨੇ ਠੀਕ ਕਿਸ ਤਰ੍ਹਾਂ ਪਹਿਲਾਂ ਦਿੱਤਾ ਹੋਇਆ ਜਿੱਦਾਂ ਮੰਨ ਲਓ ਟੀਚਰ ਨੇ ਬੋਲਿਆ ਲਾਈਟ ਤੁਸੀਂ ਕੀ ਬਣਾਇਆ ਫਾਈਟ ਕਾਈਟ ਵਾਈਟ ਸੋ ਮੈਂ ਤੁਹਾਨੂੰ 5 ਵਰਡਸ ਦੇਣਾ ਉਹਦੇ ਰਾਈਮਿੰਗ ਵਰਡਸ ਤੁਸੀਂ ਆਪਣੇ ਟੀਚਰ ਨਾਲ ਜਾਂ ਆਸ-ਪਾਸ ਪੁੱਛ ਕੇ ਆਪਣੇ ਆਪ ਕਰਨੇ ਆ ਇਹ ਮੈਂ ਨਹੀਂ ਕਰਾਂਗਾ। ਸਭ ਤੋਂ ਪਹਿਲਾ ਮੈਨ ਠੀਕ ਹੈ ਸੈਕਿੰਡ ਕੈਟ ਥਰਡ ਕੈਨ फोर्थ माई my ठीक है सो जरूरी नहीं कि 2 वर्ड्स का ही होवे तुसी 3 4 5 मतलब आवाज इस तरह दी आवे my I कुछ भी है ना। लास्ट आप बनाने just JUST के सो ये तुसी मैनू कमेंट बॉक्स ਵਿੱਚ ਵੀ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕਿਹੜੇ ਬਣਾਏ ਠੀਕ ਤਾਂ ਕਿ ਤੁਹਾਡੇ ਤੋਂ ਬਾਕੀ ਵੀ ਜਿਹੜੇ ਦੇਖਦੇ ਉਹਨਾਂ ਨੂੰ ਆਈਡੀਆਜ਼ ਹੋ ਜਾਣ ਕਿ ਕਿਹੜੇ ਉਹ ਬਣਾ ਸਕਦੇ ਹੋ ਨਾਲ ਉਹਨਾਂ ਦੀ ਵੀ ਹੈਲਪ ਹੋ ਜਾਏਗੀ। ਨੈਕਸਟ ਐਕਟੀਵਿਟੀ ਹੈ ਲਰਨਿੰਗ ਟੂ ਸਪੀਕ ਪੇਅਰ ਵਰਕ ਆਪਾਂ ਗਰੁੱਪ ਵਿੱਚ ਕਰਾਂਗੇ ਤੁਸੀਂ ਕੋਈ ਨਾ ਕੋਈ ਆਪਣਾ ਸਾਥੀ ਲੱਭ ਸਕਦੇ ਹੋ ਜਿੰਨਾ ਤੁਸੀਂ ਇਹ ਸਪੀਕਿੰਗ ਐਕਟੀਵਿਟੀ ਕਰ ਸਕਦੇ ਹੋ। ਐਕਟੀਵਿਟੀ ਕਿਹੜੀ ਹੈ ਕਾਈਂਡਨੈਸ ਟੂ ਅਦਰ ਪੀਪਲ ਐਂਡ ਐਨੀਮਲਸ ਇਜ਼ ਵੈਰੀ ਇੰਪੋਰਟੈਂਟ ਫॉर ਹਿਊਮਨ ਬੀਇੰਗਸ ਯਾਨੀ ਮਨੁੱਖਾਂ ਲਈ ਦੂਜੇ ਲੋਕਾਂ ਅਤੇ ਜਾਨਵਰਾਂ ਪ੍ਰਤੀ ਦਿਆਲਤਾ ਰੱਖਣੀ ਬਹੁਤ ਹੀ ਇੰਪੋਰਟੈਂਟ ਹੈ। we must be kind to others ਸਾਨੂੰ ਦੂਜਿਆਂ ਲਈ ਦਿਆਲੂ ਹੋਣਾ ਚਾਹੀਦਾ ਹੈ। in our life ਸਾਡੀ ਜ਼ਿੰਦਗੀ ਵਿੱਚ many people have been kind to us ਬਹੁਤ ਸਾਰੇ ਲੋਕ ਸਾਡੇ ਨਾਲ ਦਿਆਲੂ ਭਾਵ ਰੱਖਦੇ ਹਨ। do you remember any kind act done to you by your neighbor friend ਮਦਰ ਅੰਕਲ ਔਰ ਸਟ੍ਰੇਂਜਰ ਕੀ ਤੁਹਾਨੂੰ ਕੋਈ ਯਾਦ ਹੈ ਕੋਈ ਇਹੋ ਜਿਹਾ ਤੁਹਾਡੇ ਗੁਆਂਢੀ ਦੁਆਰਾ ਤੁਹਾਡੇ ਦੋਸਤ ਮੰਮੀ ਅੰਕਲ ਜਾਂ ਕੋਈ ਹੋਰ ਅਜਨਬੀ ਦੁਆਰਾ ਤੁਹਾਡੇ ਤੇ ਕੋਈ ਪਰ ਉਪਕਾਰ ਕੀਤਾ ਹੋਵੇ ਜਾਂ ਤੁਹਾਡੀ ਹੈਲਪ ਕੀਤੀ ਹੋਵੇ ਤੁਹਾਡੇ ਤੇ ਦਇਆ ਭਾਵ ਦਿਖਾਇਆ ਹੋਵੇ ਜੇ ਤੁਹਾਨੂੰ ਯਾਦ ਹੈ ਤੇ ਤੁਸੀਂ ਉਸ ਬਾਰੇ ਆਪਣੇ ਪਾਰਟਨਰ ਨਾਲ ਗੱਲ ਕਰਨੀ ਹੈ। ਕੀ ਯੂਜ਼ ਕਰ ਸਕਦੇ ਹੋ ਮਾਈ ਨੇਬਰ ਫਰੈਂਡ ਕਾਈਂਡਨੈਸ ਇਹ ਵਰਡਸ ਆ ਜਿਹੜੇ ਤੁਸੀਂ ਆਪਣੇ ਬੋਲਣ ਵਿੱਚ ਯੂਜ਼ ਕਰ ਸਕਦੇ ਹੋ। ਸਿੰਪਥੀ ਕੀ ਹੁੰਦਾ ਹਮਦਰਦੀ ਵਰਚੂ ਹੁੰਦਾ ਗੁਣ ਮੇਡ ਮੀ ਸਮਾਈਲ ਜਿਸਨੇ ਮੇਰੇ ਚਿਹਰੇ ਤੇ ਮੁਸਕਰਾਹਟ ਲਿਆਂਦੀ ਜਨਰੋਸਿਟੀ ਹੁੰਦਾ ਦਿਆਲਤਾ ਇਹ ਕੋਈ ਸਾਨੂੰ ਕਾਈਂਡਨੈਸ ਦਿਖਾਵੇ ਉਹਨੂੰ ਕਹਿੰਦੇ ਜਨਰੋਸਿਟੀ। 7th ਗ੍ਰੇਟੈਸਟ ਗਿਫਟ ਸਭ ਤੋਂ ਵਧੀਆ ਗਿਫਟ won my heart ਮੇਰਾ ਦਿਲ ਜਿੱਤ ਲਿਆ I can't forget ਮੈਂ ਭੁੱਲ ਨਹੀਂ ਸਕਦਾ ਜਾਂ ਸਕਦੀ। ਸੋ ਇਹ ਸ਼ਬਦਾਂ ਦੇ ਨਾਲ ਤੁਸੀਂ ਆਪਣੀ ਗੱਲ ਜਿਹੜੀ ਹੈ ਆਪਣੇ ਪਾਰਟਨਰ ਨੂੰ ਦੱਸ ਸਕਦੇ ਹੋ ਠੀਕ। ਸੋ ਜਿਵੇਂ ਤੁਸੀਂ ਕਹਿਣਾ ਹੋਵੇ ਕਿ I have many friends and they all are very kind to me but here I would like to share a very interesting incident which I cannot forget ਜਿਹੜੀ ਮੈਂ ਭੁੱਲ ਨਹੀਂ ਸਕਦਾ। that once there was nobody in my home except my mother ਇੱਕ ਵਾਰ ਮੇਰੇ ਮੰਮੀ ਤੋਂ ਬਿਨਾਂ ਘਰ 'ਚ ਕੋਈ ਵੀ ਨਹੀਂ ਸੀ and she was feeling very sick ਤੇ ਉਹ ਬਹੁਤ ਬਿਮਾਰ ਮਹਿਸੂਸ ਕਰ ਰਹੀ ਸੀ and my neighbor came to help her
ਤੇ ਮੇਰਾ ਜਿਹੜਾ ਨੇਬਰ ਸੀ ਉਹਨਾਂ ਦੀ ਹੈਲਪ ਕਰਨ ਆਇਆ। ਹੀ ਵਾਜ਼ ਅ ਮੈਨ ਆਫ ਵਰਚੂਸ, ਉਹ ਗੁਣਾਂ ਵਾਲਾ ਵਿਅਕਤੀ ਹੈ। ਹੀ ਇਜ਼ ਮੈਨ ਆਫ ਵਰਚੂਸ। ਹੀ ਜਸਟ ਕਾਲਡ ਦ ਡਾਕਟਰ ਇਨ ਹੋਮ ਐਂਡ ਆਲਸੋ ਹੀ ਸਪੈਂਟ ਕੁਆਲਿਟੀ ਟਾਈਮ ਵਿਦ ਮਾਈ ਮਦਰ। ਹਿਜ਼ ਐਕਟ ਆਫ ਕਾਈਂਡਨੈਸ ਐਂਡ sympathy made me smile and won my heart. Really, a good neighbor is the greatest gift of God to everyone. So ਇਦਾਂ ਤੁਸੀਂ ਕੁਝ ਵੀ ਬਣਾ ਸਕਦੇ ਹੋ। Next ਹੈ application to your principal requesting him her to grant you sick leave for 3 days. ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖਣੀ ਹੈ ਜਿਹਦੇ ਵਿੱਚ ਉਹਨਾਂ ਕੋਲੋਂ 3 ਦਿਨਾਂ ਲਈ ਛੁੱਟੀ ਮੰਗਣੀ ਹੈ। ਉਹ ਕਿਹੜੀ ਛੁੱਟੀ ਹੋਏਗੀ? ਸਿਕ ਲੀਵ। ਓਕੇ, ਲੈਟਸ ਸਟਾਰਟ। ਲੈਫਟ ਸਾਈਡ ਤੋਂ ਸ਼ੁਰੂ ਕਰਾਂਗੇ। ਦ ਪ੍ਰਿੰਸੀਪਲ, ਅੱਗੇ ਆਪਣੇ ਸਕੂਲ ਦਾ ਨਾਮ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੋ ਵੀ ਤੁਹਾਡਾ ਹੋਵੇ, ਸ਼ਹਿਰ ਦਾ ਨਾਮ, ਉਸ ਤੋਂ ਬਾਅਦ ਡੇਟ ਦਾ ਫਾਰਮੈਟ ਕੀ ਰੱਖਾਂਗੇ? ਸਭ ਤੋਂ ਪਹਿਲਾਂ ਨੇਮ ਆਫ ਮੰਥ, ਫਿਰ ਡੇਟ ਤੋਂ ਬਾਅਦ ਕੋਮਾ, ਉਸ ਤੋਂ ਬਾਅਦ ਈਅਰ। ਹੋਰ ਕਿਤੇ ਵੀ ਕੋਮਾ ਜਾਂ ਫੁੱਲ ਸਟਾਪ ਪਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ, ਸਿਰਫ ਤੇ ਸਿਰਫ ਇਸ ਜਗ੍ਹਾ ਤੇ ਤੁਸੀਂ ਪਾਣਾ ਹੈ। ਉਸ ਤੋਂ ਬਾਅਦ ਇੱਕ ਲਾਈਨ ਛੱਡ ਦਿਓ, ਸਬਜੈਕਟ ਐਪਲੀਕੇਸ਼ਨ ਫॉर ਸਿਕ ਲੀਵ। ਓਕੇ, ਫਿਰ ਲਾਈਨ ਛੱਡ ਦਿਓ, ਸਰ, ਜੇ ਮੈਡਮ ਨੂੰ ਲਿਖਣਾ ਤਾਂ ਮੈਡਮ। ਓਕੇ, ਫਿਰ ਇੱਕ ਲਾਈਨ ਛੱਡ ਦਿਓ, ਇਟ ਇਜ਼ ਸਬਮਿਟਡ ਆਪਾਂ ਉਦੋਂ ਲਫ਼ਜ਼ ਵਰਤਦੇ ਹਾਂ ਜਦੋਂ ਅਸੀਂ ਕੋਈ ਡਾਕੂਮੈਂਟ ਕਿਸੇ ਨੂੰ ਜਮ੍ਹਾਂ ਕਰਾਉਂਦੇ ਹਾਂ ਕਿ ਤੁਸੀਂ ਇਹਨੂੰ ਵਿਚਾਰ ਲਓ ਤੇ ਆਪਣੀ ਰਾਏ ਦਿਓ, ਠੀਕ ਹੈ, ਉਦੋਂ ਆਪਾਂ ਇਹ ਵਰਡ ਵਰਤਦੇ ਹਾਂ ਸਬਮਿਟਡ। ਇਟ ਇਜ਼ ਸਬਮਿਟਡ that I am a student of 7th class in your school. ਮੈਂ ਤੁਹਾਡੇ ਸਕੂਲ ਵਿੱਚ 7th ਕਲਾਸ ਦਾ ਸਟੂਡੈਂਟ ਹਾਂ ਜਾਂ ਦੀ ਸਟੂਡੈਂਟ ਹਾਂ। I have been suffering from fever since yesterday. ਮੈਨੂੰ ਕੱਲ ਤੋਂ ਹੀ ਤੇਜ਼ ਬੁਖਾਰ ਹੈ। The doctor advised me to take rest for next 3 days. ਡਾਕਟਰ ਨੇ ਮੈਨੂੰ ਸਲਾਹ ਦਿੱਤੀ ਹੈ ਅਗਲੇ 3 ਦਿਨ ਆਰਾਮ ਕਰਨ ਦੀ। Please grant me leave for next 3 consecutive days. ਹੁਣ ਜੇ ਤੁਸੀਂ consecutive ਲਿਖਣਾ ਤਾਂ ਲਿਖ ਸਕਦੇ ਹੋ, ਨਹੀਂ ਲਿਖਣਾ ਤੇ next 3 days ਇਹ ਵੀ ਲਿਖ ਦੋਗੇ ਤਾਂ ਵੀ ਠੀਕ ਹੈ। consecutive ਹੁੰਦਾ ਕਰਮਵਾਰ, ਲਗਾਤਾਰ ਜਿਹੜੇ ਅਗਲੇ 3 ਦਿਨ ਆਣੇ ਹਨ, ਮੈਨੂੰ ਉਹਨਾਂ 3 ਦਿਨਾਂ ਲਈ ਛੁੱਟੀ ਚਾਹੀਦੀ ਹੈ। I shall be grateful to you. ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਥੈਂਕ ਯੂ ਵੈਰੀ ਮਚ ਇਨ ਐਂਟੀਸਿਪੇਸ਼ਨ ਹੁੰਦਾ ਪੂਰਵ ਅਨੁਮਾਨ ਲਗਾਉਣਾ, ਪਹਿਲਾਂ ਤੋਂ ਹੀ ਅਨੁਮਾਨ ਲਗਾ ਲੈਣਾ ਕਿ ਜੀ ਮੈਨੂੰ ਪਹਿਲਾਂ ਤੋਂ ਪਤਾ ਹੈ ਕਿ ਤੁਸੀਂ ਮੇਰੀ ਜਿਹੜੀ ਐਪਲੀਕੇਸ਼ਨ ਆ ਉਹ ਮੰਨ ਲੋਗੇ, ਮਨਜ਼ੂਰ ਕਰ ਦੋਗੇ ਤੇ ਮੈਨੂੰ ਛੁੱਟੀ ਦੇ ਦੋਗੇ, ਇਸ ਕਰਕੇ ਮੈਂ ਪਹਿਲੇ ਤੋਂ ਹੀ ਤੁਹਾਡਾ ਧੰਨਵਾਦ ਕਰਦਾ ਹਾਂ। ਇੱਕ ਲਾਈਨ ਛੱਡ ਦਿਓ, ਯੂਐਸ ਓਬੀਡੀਐਂਟਲੀ ਸਪੈਲਿੰਗ ਕੀ ਹੋਣਗੇ? ਇਹਨੂੰ ਯਾਦ ਕਰਨਾ ਬਹੁਤ ਸੌਖਾ, OBDIENTLY। ਓਕੇ, OBDIENTLY। ਸੋ ਜਿਹੜਾ ਵੀ ਸ਼ਬਦ ਇਸ ਤਰ੍ਹਾਂ ਦਾ ਹੋਵੇ ਉਹਨੂੰ ਆਪਾਂ ਤੋੜ ਕੇ ਯਾਦ ਕਰ ਸਕਦੇ ਹਾਂ, ਸਾਨੂੰ ਆਰਾਮ ਨਾਲ ਸਹਿਜ ਹੀ ਯਾਦ ਹੋ ਜਾਂਦਾ ਹੈ। ਨੀਚੇ ਆਪਣਾ ਨਾਮ ਲਿਖ ਦਿਓ। ਥੈਂਕ ਯੂ ਵੈਰੀ ਮਚ। ਨੈਕਸਟ, ਰੀਡ ਦ ਫੋਲੋਇੰਗ ਐਗਜ਼ਾਮਪਲ ਆਫ ਅ 4-line poem। ਪੋਇਮ ਕਿਹੜੀ ਹੈ? ਮਾਈ ਹੋਮ। My home is a brick house. ਮੇਰਾ ਘਰ ਪੱਕਾ ਹੈ, ਪੱਕੀਆਂ ਇੱਟਾਂ ਦਾ, ਠੀਕ ਹੈ, ਬ੍ਰਿਕ ਹੁੰਦਾ ਇੱਟਾਂ। Where it is warm and safe to be. ਇਹ ਨਿੱਘਾ ਅਤੇ ਬੜਾ ਸੁਰੱਖਿਅਤ ਬਣਿਆ ਹੋਇਆ ਹੈ। I wish all the world's children could be lucky like me. ਮੈਂ ਉਮੀਦ ਕਰਦਾ ਹਾਂ ਕਿ ਸਾਰੀ ਦੁਨੀਆ ਦੇ ਬੱਚੇ ਵੀ ਮੇਰੀ ਤਰ੍ਹਾਂ ਕਿਸਮਤ ਵਾਲੇ ਹੋਣ ਕਿ ਉਹਨਾਂ ਕੋਲ ਵੀ ਇੱਕ ਪੱਕਾ ਘਰ ਹੋਵੇ। Activity 14. Use some of the following words, phrases to write your own 4-line poem. ਹੁਣ ਤੁਸੀਂ ਆਪਣੀ ਪੋਇਮ ਆਪ ਬਣਾ ਕੇ ਲਿਖਣੀ ਹੈ। ਨੀਚੇ ਵਾਲੇ words ਵਰਤ ਸਕਦੇ ਹੋ ਤੇ ਤੁਸੀਂ ਆਪਣੀ ਪੋਇਮ ਜਿਹੜੀ ਹੈ ਫਾਰਮ ਕਰ ਸਕਦੇ ਹੋ। words ਕਿਹੜੇ ਨੇ? I ਮੈਂ, see ਦੇਖਦਾ ਹਾਂ, blue ਨੀਲਾ, वायलट जामनी, रेड लाल, रेनबो सतरंगी पिंक, कलर्स रंग, फ्लावर्स फुल्लां, इवनिंग शाम, ब्रीज हवा, ट्रीज रुखां, स्विंग झूल रहे, डांस नाच और एनी ਅਦਰ ਯੂ ਲਾਈਕ। ਤੁਸੀਂ ਇਹਨਾਂ ਤੋਂ ਬਿਨਾਂ ਹੋਰ ਵੀ ਸ਼ਬਦ ਵਰਤ ਸਕਦੇ ਹੋ। ਮੁੱਖ ਗੱਲ ਇਹ ਹੈ ਕਿ ਉਹ ਪੋਇਮ ਤੁਸੀਂ ਆਪ ਬਣਾਉਣੀ ਹੈ, ਠੀਕ ਹੈ। ਜਿਵੇਂ ਤੁਸੀਂ ਲਿਖ ਸਕਦੇ ਹੋ ਕਿ ਰੇਨਬੋ ਯੂ ਆਰ ਸੋ ਬਿਊਟੀਫੁਲ, blue, violet, red, you are so colorful. Okay, it was raining after you come, it was raining, cool breeze was blowing, the trees were swaying,
dancing and growing। ਸੋ ਇੱਦਾਂ ਦੀ ਕੋਈ ਵੀ ਤੁਸੀਂ ਪੋਇਮ ਆਪਣੇ ਆਪ ਬਣਾ ਕੇ ਕਰ ਸਕਦੇ ਹੋ। ਸੋ ਉਮੀਦ ਹੈ ਤੁਹਾਨੂੰ ਇਹ ਲੈਸਨ ਪੜ੍ਹ ਕੇ ਤੇ ਨਾ ਕੁਝ ਸਿੱਖ ਕੇ ਬਹੁਤ ਮਜ਼ਾ ਆਇਆ ਹੋਵੇਗਾ। ਮੈਂ ਜਦੋਂ ਵੀ ਤੁਹਾਡੀ ਵੀਡੀਓ ਬਣਾਉਣਾ ਮੈਨੂੰ ਆਪ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਤੁਹਾਡੇ ਲਈ ਵੀਡੀਓ ਬਣਾ ਰਹੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਉਨਾ ਹੀ ਮਜ਼ਾ ਆਉਂਦਾ ਹੋਊਗਾ ਜਦੋਂ ਤੁਸੀਂ ਇਹ ਸਾਰਾ ਕੁਝ ਪੜ੍ਹ ਰਹੇ ਹੁੰਦੇ ਹੋਵੋਗੇ। ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓਜ਼ ਤੁਹਾਨੂੰ ਜ਼ਰੂਰ ਹੈਲਪ ਕਰਦੀਆਂ ਹੋਣਗੀਆਂ ਤੁਹਾਡੀ ਪੜ੍ਹਾਈ ਵਿੱਚ, ਤੇ ਹੁਣ ਵੀ ਕਰਦੀਆਂ ਹੋਣਗੀਆਂ। ਜਦੋਂ ਤੁਹਾਡੇ ਸਕੂਲ ਸ਼ੁਰੂ ਹੋਣਗੇ ਉਦੋਂ ਵੀ ਤੁਸੀਂ ਇਹਨਾਂ ਤੋਂ ਪੂਰਾ ਲਾਹਾ ਖੱਟ ਸਕਦੇ ਹੋ। ਥੈਂਕ ਯੂ ਵੈਰੀ ਮਚ, ਤੁਸੀਂ ਇੱਥੇ ਤੱਕ ਸੁਣਿਆ। ਮਿਲਦੇ ਹਾਂ ਅਗਲੀ ਵੀਡੀਓਜ਼ ਜੋ ਕਿ ਹੋਏਗੀ ਐਕਟੀਵਿਟੀ 13 ਦੀ। ਰਾਈਟ ਐਨ ਐਪਲੀਕੇਸ਼ਨ ਟੂ ਯੂਰ ਪ੍ਰਿੰਸੀਪਲ ਰਿਕੁਐਸਟਿੰਗ ਹਿਮ ਟੂ ਗ੍ਰਾਂਟ ਯੂ sick leave for 3 days। Thank you very much।